चौपई साध वो कट दी जाती है बड़ी नहीं 2018 गुरबाणी कहते हैं असं ਉਹਨੂੰ गुरबाणी नहीं ਮੰਨਦੇ ਅਸੀਂ ਸਾਰੀ ਜਿਹੜੀ ਹੈਗੀ ਸੀ ਇਹਨਾਂ ਦੀ ਫਾਈਲ ਬਣਾ ਕੇ ਰਿਕਾਰਡਿੰਗਾਂ ਪਾਠ ਦੀਆਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਸੀ। ਸਵਾਲ ਆ ਉਹਨਾਂ ਨੂੰ ਕਿ ਕੋਈ ਵੀ ਸ਼੍ਰੋਮਣੀ ਕਮੇਟੀ ਦੇ ਅੰਦਰ ਇੱਕ ਵੀ ਗੁਰਦੁਆਰਾ ਦਿਖਾ ਦਿਓ ਜਿੱਥੇ ਉਹ ਰਹਿਤ ਜ਼ਿਆਦਾ ਲਾਗੂ ਹੈ। ਕੋਈ ਉਹਨੂੰ ਡੇਰਾ ਨਹੀਂ ਮੰਨਦਾ, ਟਕਸਾਲ ਨਹੀਂ ਮੰਨਦੀ, ਈਵਨ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਉਹ ਲਾਗੂ ਨਹੀਂ ਹੈਗੀ ਰਹਿਤ ਮਰਿਆਦਾ। ਜੇ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਪੜ੍ਹਨਾ ਚਾਹੁੰਦਾ ਹੈ ਉਹਨੂੰ ਗਲਤ ਦੱਸਿਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਦੋਂ ਸ਼ਾਮ ਨੂੰ ਆਰਤੀ ਪੜ੍ਹੀ ਜਾਂਦੀ ਹੈ ਕਿ ਇਹ ਵਿਚਿੱਤਰ ਨਾਟਕ ਦੀਆਂ ਰਚਨਾਵਾਂ ਨਹੀਂ ਪੜ੍ਹੀਆਂ ਜਾਂਦੀਆਂ, ਉਦੋਂ ਸਿੱਖ ਰਹਿਤ ਮਰਿਆਦਾ ਕਿੱਥੇ ਹੁੰਦੀ ਹੈ। 2018 ਤੋਂ ਲੈ ਕੇ ਅੱਜ ਤੱਕ ਸਿਰਫ ਇੱਕੋ ਮੁੱਦਾ ਹੈ, ਉਹ ਹੈ ਸਿਰਫ ਤੇ ਸਿਰਫ ਗੁਰਬਾਣੀ ਅਤੇ ਰਹਿਤ ਮਰਿਆਦਾ। ਉਹ ਵੀ ਕਾਰਨ ਇਹ ਹੈ ਵੀ ਆਪਣੇ ਨਗਰ ਦੇ ਵਿੱਚ ਜਿਹੜਾ ਗੁਰੂ ਘਰ ਹੈ ਬੈਠੇ ਆ, ਸਿਰਫ ਤੇ ਸਿਰਫ ਇਸ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦੀਆਂ ਜਿਹੜੀਆਂ 5 ਬਾਣੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਸਿਰਫ ਜਪਜੀ ਸਾਹਿਬ ਤੇ ਆਨੰਦ ਸਾਹਿਬ ਪੜ੍ਹਿਆ ਜਾਂਦਾ ਹੈ। ਜੋ 10ਵੇਂ ਪਾਤਸ਼ਾਹ ਜੀ ਦੀਆਂ ਬਾਣੀਆਂ ਨੇ ਸ੍ਰੀ ਜਾਪ ਸਾਹਿਬ, ਤਵੈ ਪ੍ਰਸਾਦ ਸਵਈਏ ਤੇ ਚੌਪਈ ਸਾਹਿਬ ਉਹ ਕੱਟ ਦਿੱਤੀ ਜਾਂਦੀ ਹੈ ਜੀ, ਪੜ੍ਹੀ ਨਹੀਂ ਜਾਂਦੀ 2018 ਤੋਂ। ਤੇ ਸ਼ਾਮ ਨੂੰ ਜੋ ਬਾਣੀਆਂ ਨੇ ਰਹਿਤ ਮਰਿਆਦਾ ਅਨੁਸਾਰ ਜਿਹੜੀ ਗੁਰੂ ਘਰ ਦੇ ਵਿੱਚ ਜਾਂ ਕੋਈ ਵੀ ਸਿੱਖ ਆ ਜਿਹੜਾ ਅੰਮ੍ਰਿਤਧਾਰੀ ਹੈ ਉਹਨੂੰ ਪੰਜ ਪਿਆਰੇ ਜਿਹੜੀ ਹਦਾਇਤ ਕਰਦੇ ਨੇ ਵੀ ਸੋ ਦਾ ਰਹਿਰਾ ਸਾਹਿਬ ਦੀ ਬਾਣੀ ਜਿਹਦੇ ਵਿੱਚ ਚੌਪਈ ਸਾਹਿਬ ਵੀ ਪੜ੍ਹੀ ਜਾਂਦੀ ਹੈ। ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਕਿਤੇ ਗੁਰੂ ਘਰ ਬਣਿਆ ਹੋਇਆ ਹੈ ਉੱਥੇ ਰਹਿਰਾ ਸਾਹਿਬ ਦੇ ਵਿੱਚ ਚੌਪਈ ਸਾਹਿਬ ਦੀ ਬਾਣੀ ਨਾਲ ਪੜ੍ਹੀ ਜਾਂਦੀ ਹੈ। ਤੇ ਆਪਣੇ ਗੁਰੂ ਘਰ ਦੇ ਵਿੱਚ 2018 ਤੋਂ ਲੈ ਕੇ ਹੁਣ ਤੱਕ ਜਿਹੜੀ ਬਾਣੀ ਉਹ ਰਹਿਰਾ ਸਾਹਿਬ ਦੇ ਵਿੱਚੋਂ ਕੱਟੀ ਜਾਂਦੀ ਹੈ। 23/7/2019 ਨੂੰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜੋ ਪਿੰਡ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਅਸੀਂ ਸਾਰੀ ਜਿਹੜੀ ਹੈਗੀ ਸੀ ਇਹਨਾਂ ਦੀ ਫਾਈਲ ਬਣਾ ਕੇ ਰਿਕਾਰਡਿੰਗਾਂ ਪਾਠ ਦੀਆਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਸੀ। ਉਹਨਾਂ ਨੇ ਉਹਦੇ ਉੱਤੇ 2 ਵਾਰ ਪੜਤਾਲੀਆ ਕਮੇਟੀ, ਇੱਕ ਵਾਰ ਦੁੱਖ ਨਿਵਾਰਨ ਸਾਹਿਬ ਤੋਂ ਆਏ ਪਟਿਆਲੇ ਤੋਂ ਉਹਨਾਂ ਦੀ ਕਮੇਟੀ ਬਣ ਕੇ ਆਈ, ਉਹਦੇ ਵਿੱਚ ਉਹਨਾਂ ਨੇ ਬੱਬਰ ਸ਼ੇਰ ਸਿੰਘ ਜੀ ਦੇ ਜਿਹੜੇ ਬਿਆਨ ਲਏ ਨੇ। ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਤੋਂ ਕਮੇਟੀ ਆਈ, ਦੋਨੋਂ ਕਮੇਟੀਆਂ ਨੇ ਰਿਪੋਰਟ ਆ ਜਿਹੜੀ ਸਰਦਾਰ ਬੱਬਰ ਸ਼ੇਰ ਸਿੰਘ ਜੀ ਦੇ ਖਿਲਾਫ ਪੇਸ਼ ਕੀਤੀ, ਜਿਹਦੇ ਉੱਤੇ 26/9/2020 ਨੂੰ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਖਾਲਸਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਇੱਕ ਫਰਮਾਨ ਜਾਰੀ ਕੀਤਾ ਹੈ, ਜਿਹੜਾ ਆਪਣੇ ਸਤਿਕਾਰਯੋਗ ਸਰਪੰਚ ਸਾਹਿਬ ਜੀ ਨੂੰ ਵੀ ਜਿਹੜਾ ਭੇਜਿਆ ਉਹਨਾਂ ਨੇ। ਤੇ ਅਸੀਂ ਸ਼ਿਕਾਇਤਕਰਤਾ ਹੋਣ ਦੇ ਨਾਤੇ ਸਾਨੂੰ ਵੀ ਜਿਹੜਾ ਹੈਗਾ ਉਹਨਾਂ ਨੇ WhatsApp ਕੀਤਾ। ਉਹਦੇ ਵਿੱਚ ਮੈਂ ਸਾਰੀ ਸਾਧ ਸੰਗਤ ਨੂੰ ਪੜ੍ਹ ਕੇ ਸੁਣਾ ਦਿੰਦਾ ਵੀ ਕੀ ਹੈ ਇਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਨੰਬਰ 16 ਮਿਤੀ 9/2020 ਬੀਬੀ ਹਰਜਿੰਦਰ ਕੌਰ ਜੀ ਸਰਪੰਚ ਪਿੰਡ ਸ਼ਾਹਪੁਰ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ, ਸਰਦਾਰ ਰਵਿੰਦਰ ਸਿੰਘ ਜੀ ਐਡਵੋਕੇਟ ਪ੍ਰਧਾਨ ਯੁਵਕ ਸਭਾਵਾਂ ਸਪੋਰਟਸ ਕਲੱਬ ਪਿੰਡ ਸ਼ਾਹਪੁਰ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੱਲੋਂ ਪ੍ਰਧਾਨ ਬੱਬਰ ਸ਼ੇਰ ਸਿੰਘ ਦੇ ਖਿਲਾਫ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਦੇ ਸੰਬੰਧ ਵਿੱਚ ਪੁੱਜੀ ਸ਼ਿਕਾਇਤ ਸੰਬੰਧੀ ਆਪ ਜੀ ਦੇ ਗਿਆਨ ਹਿੱਤ ਲਿਖਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬਾਨਾਂ ਅੰਦਰ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਨਿਤਨੇਮ ਕੀਤਾ ਜਾਂਦਾ ਹੈ, ਪਰੰਤੂ ਆਪ ਦੇ ਪਿੰਡ ਸ਼ਾਹਪੁਰ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਧਾਨ ਬੱਬਰ ਸ਼ੇਰ ਸਿੰਘ ਵੱਲੋਂ ਸਿੱਖ ਰਹਿਤ ਮਰਿਆਦਾ ਨੂੰ ਅਣਗੌਲਿਆਂ ਕਰਕੇ ਸੋਧਾ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਗਿਆ, ਜੋ ਕਿ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੈ। ਇਸ ਸੰਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਆਦੇਸ਼ ਅਨੁਸਾਰ ਬੱਬਰ ਸ਼ੇਰ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਤੋਂ ਖਾਰਜ ਕੀਤਾ ਜਾਂਦਾ ਹੈ ਅਤੇ ਅੱਗੇ ਤੋਂ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਗੁਰਦੁਆਰਾ ਸਾਹਿਬ ਵਿੱਚ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਨਾ ਕਰ ਸਕੇ। ਧੰਨਵਾਦ ਸਾਹਿਬ ਭਾਈ ਰਣਜੀਤ ਸਿੰਘ ਜੀ ਨਿੱਜੀ ਸਹਾਇਕ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ। ਦੂਜੀ ਬੇਨਤੀ ਇਹ ਹੈ ਜੀ, ਵਿਚਾਰ
ਆਪਾਂ ਇੱਥੇ ਘੰਟਾ ਕਰ ਲਈਏ, 2 ਘੰਟੇ ਕਰ ਲਈਏ, ਇੱਕ ਹੱਥ ਜੋੜ ਕੇ ਛੋਟੀ ਜਿਹੀ ਬੇਨਤੀ ਹੈ। ਮੈਂ ਸਰਦਾਰ ਭਜਨ ਸਿੰਘ ਜੀ ਉਹਨਾਂ ਨਾਲ ਹੀ ਫੋਨ ਤੇ ਗੱਲ ਕੀਤੀ ਸੀ ਵੀ ਸਾਨੂੰ ਇਹ ਨਹੀਂ ਹੈ ਵੀ ਗੁਰੂ ਘਰ ਦਾ ਪ੍ਰਧਾਨ ਜਿਹੜਾ ਤੁਸੀਂ ਕੋਈ ਵੀ ਸੰਗਤ ਦੇ ਵਿੱਚੋਂ ਆਪਣੇ ਨਗਰ ਦਾ ਬੰਦਾ ਕੋਈ ਬਣ ਜਾਵੇ, ਸਾਨੂੰ ਕਿਸੇ ਤੇ ਇਤਰਾਜ਼ ਨਹੀਂ। ਸਾਨੂੰ ਬੱਬਰ ਸ਼ੇਰ ਸਿੰਘ ਤੇ ਵੀ ਕੋਈ ਇਤਰਾਜ਼ ਨਹੀਂ। ਸਾਨੂੰ ਬੱਬਰ ਸ਼ੇਰ ਸਿੰਘ ਦੀ ਸੇਵਾ ਤੇ ਕੋਈ ਇਤਰਾਜ਼ ਨਹੀਂ। ਸ਼ੁਰੂ ਤੋਂ ਲੈ ਕੇ ਅੱਜ ਤੱਕ ਵੀ ਇਹਨਾਂ ਨੇ ਜੋ ਕੰਮ ਕਰਾਇਆ, ਗਲਤ ਕਰਾਇਆ, ਘੱਟ ਕਰਾਇਆ, ਇਹ ਕਰਾਇਆ, ਸਾਡਾ ਕੋਈ ਇਤਰਾਜ਼ ਨਹੀਂ। ਸਾਡਾ ਜਿਹੜਾ ਇਤਰਾਜ਼ ਸੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਿਰਫ ਤੇ ਸਿਰਫ ਸਿੱਖੀ ਰਹਿਤ ਮਰਿਆਦਾ ਦੀ ਉਲੰਘਣਾ, ਉਹ ਇਤਰਾਜ਼ ਸੀ ਸਾਡਾ ਜਿਹੜੀ ਕੀਤੀ ਜਾਂਦੀ ਸੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਜਿਹੜੀ ਬਾਣੀ ਕੱਟ ਕੇ ਪੜ੍ਹੀ ਜਾਂਦੀ ਸੀ ਸਾਡਾ ਉਹ ਇਤਰਾਜ਼ ਸੀ। ਤਾਂ ਜੇ ਅੱਜ ਵੀ ਸ਼ਾਮ ਨੂੰ ਰਹਿਰਾ ਸਾਹਿਬ ਦੇ ਵਿੱਚ ਚੌਪਈ ਸਾਹਿਬ ਕੱਟ ਕੇ ਪੜ੍ਹੀ ਜਾਂਦੀ ਆ। ਹੁਣ ਇੱਕ ਬੇਨਤੀ ਹੋਰ ਹੈ ਜੀ, ਜਿੱਥੇ ਵੀ ਕਿਤੇ ਗੁਰੂ ਘਰ ਬਣਿਆ ਹੋਇਆ, ਆਪਣੇ ਨਾਲ ਦੇ ਜਿੰਨੇ ਗੁਰੂ ਘਰ ਨੇ ਪੂਰੇ ਪੰਜਾਬ ਦੇ, ਜਿੱਥੇ ਵੀ ਕਿਤੇ ਗੁਰੂ ਘਰ ਬਣਿਆ ਹੋਇਆ, ਕਿਤੇ ਵੀ ਰਹਿਰਾ ਸਾਹਿਬ ਦੇ ਵਿੱਚੋਂ ਚੌਪਈ ਸਾਹਿਬ ਕੱਟੀ ਨਹੀਂ ਜਾਂਦੀ, ਸਿਰਫ ਸ਼ਾਹਪੁਰ ਦੇ ਵਿੱਚ ਕੱਟੀ ਜਾਂਦੀ ਹੈ। ਇੰਨੀ ਕੇ ਗੱਲ ਦਾ ਜਵਾਬ ਬੱਬਰ ਸ਼ੇਰ ਸਿੰਘ ਜੀ ਦੇ ਦੇਣ ਵੀ ਸ਼ਾਹਪੁਰ ਪਿੰਡ ਦੇ ਵਿੱਚ ਕਿਉਂ ਕੱਟੀ ਜਾਂਦੀ ਹੈ। ਬਾਕੀ ਅਸੀਂ ਵਿਚਾਰ ਦੇ ਵਿੱਚ ਨਹੀਂ ਪੈਣਾ ਚਾਹੁੰਦੇ। ਗੱਲ ਹੋਊਗੀ ਹਾਂਜੀ ਹਾਂ, ਇੱਕ ਤਾਂ ਜਦੋਂ ਵਿਚਾਰ ਚੱਲੂਗੀ ਬੇਨਤੀ ਹੈ ਫਾਲਤੂ ਬੰਦੇ ਨਾ ਵਿੱਚ ਬੋਲਿਓ, ਜਿਹੜੇ ਬੰਦੇ ਨੇ ਵਿਚਾਰ ਦੇਣੀ ਹੈ ਉਹੀ ਵਿਚਾਰ। ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਜਵਾਬ ਦਿਓ, ਤੁਸੀਂ ਲੋਕਾਂ ਕੋਲੇ ਇਹ ਗੱਲ ਕਰਦੇ ਹੋ ਕਿ ਬੱਬਰ ਸ਼ੇਰ ਸਿੰਘ ਪ੍ਰਧਾਨ ਨੇ ਗੁਰਦੁਆਰੇ ਗੰਦ ਪਾਇਆ। ਓਕੇ, ਠੀਕ ਹੈ। ਪਹਿਲਾਂ ਤਾਂ ਮੈਨੂੰ ਇਹ ਸਪਸ਼ਟ ਕਰ ਦਿਓ ਕਿ ਆਪ ਜੀ ਦਾ ਗੁਰੂ ਕੌਣ ਹੈ। ਮੇਰਾ ਸ਼੍ਰੀ ਸਿੱਖੀ ਰਹਿਤ ਮਰਿਆਦਾ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਨੇ। ਮੇਰੀ ਬੇਨਤੀ ਵਿੱਚ ਜਦੋਂ ਮੈਂ ਤੁਹਾਨੂੰ ਜਵਾਬ ਦੇ ਰਹੀ ਹਾਂ, ਮੈਂ ਤੁਹਾਨੂੰ ਜਵਾਬ ਦੇ ਰਹੀ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਡੇ 10 ਗੁਰੂ ਸਾਹਿਬਾਨ ਨੇ, ਤੇ 11ਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਆਪ ਜੀ ਦੇ ਗੁਰੂ ਨੇ। ਹਾਂਜੀ, ਗੁਰੂ ਨੇ। ਸੋ ਗੁਰਬਾਣੀ ਦਾ ਪ੍ਰਮਾਣ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਝੋਟਾ ਖਾ। ਸਿੱਖ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਤੇ ਉਹਦੀ ਗੱਲ ਮੰਨਦਾ ਹੈ। ਹੁਣ ਜਿਹੜੀ ਇਹਨਾਂ ਨੇ ਗੱਲ ਕਹੀ ਹੈ, ਮੈਂ ਪਹਿਲਾ ਸਵਾਲ ਇਹ ਪੁੱਛਦਾ ਹਾਂ ਕਿ ਚੌਪਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ? ਮੇਰਾ ਤੁਸੀਂ ਪਹਿਲਾਂ ਜਵਾਬ ਨਹੀਂ ਦਿੱਤਾ ਵੀ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ, ਰਹਿਰਾ ਸਾਹਿਬ ਦੇ ਵਿੱਚ 24 ਸਾਹਿਬ ਕੱਟੀ ਜਾਂਦੇ। ਪਹਿਲਾਂ ਗੁਰਦੁਆਰਾ ਸਾਹਿਬ ਦਾ ਨਾਮ ਦਿੱਤਾ ਜਾਵੇ, ਫਿਰ ਮੈਂ ਅੱਗੇ ਜਵਾਬ ਦਿੰਦਾ ਜੀ। ਹਾਂਜੀ, ਮੇਰਾ ਇਹ ਜਵਾਬ ਹੈ ਕਿ ਅਸੀਂ ਸਾਰੇ ਗੁਰਦੁਆਰਿਆਂ ਦੇ ਸਾਰੇ ਲੋਕਾਂ ਦੇ ਪਾਬੰਦ ਨਹੀਂ ਹੈਗੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਬੰਦ ਹਾਂ। ਆਪਾਂ ਵੀ ਕੋਈ ਲੈਦਾ ਨਹੀਂ ਹੈਗੇ। ਹਾਂ, ਆਪਾਂ ਵੀ ਕੋਈ ਲੈਦਾ ਨਹੀਂ ਹੈਗੇ ਵੀ ਕੱਲਾ। ਬਿਲਕੁਲ ਬਿਲਕੁਲ, ਗੱਲ ਸੁਣਿਆ ਕਰੋ ਨਾ ਪਹਿਲਾਂ। ਹਾਂਜੀ ਹਾਂਜੀ, ਦੇਖੋ ਤੈਸ਼ ਚਲਾਉਣ ਦੀ ਲੋੜ ਨਹੀਂ, ਨਾ ਬੈਸ ਤਰੀਕੇ ਨਾਲ ਗੱਲ ਕਰੋ। ਇਹਨਾਂ ਪੁੱਛਿਆ ਮੈਂ ਜਵਾਬ ਨਾ ਤਰੀਕੇ ਨਾਲ ਹੀ ਕਰ ਰਹੇ ਹਾਂ। ਤੁਹਾਨੂੰ ਪੁੱਛਿਆ ਜਾਂਦਾ ਹੋਵੇ ਜਵਾਬ। ਜਿਹੜੀ ਚੌਪਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸੋ ਉਹ ਗਲੀ ਕਰਨਾ। ਹਾਂ, ਤੁਸੀਂ ਸਵਾਲ ਜਵਾਬ ਆਪਣੇ ਹਾਂ ਬਿਲਕੁਲ ਵਿਚਾਰ ਤਿਆਰ ਕਰੋ, ਅਸੀਂ ਜਵਾਬ ਤੋਂ ਇਕੱਠਾ ਦਵਾਂਗੇ। ਹਾਂ, ਕੋਈ ਫਿਰ ਉਹਦਾ ਪੈਸਾ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਦਰਜ ਨਹੀਂ ਹੈਗੀ, ਜਿਹਨੂੰ ਇਹ ਚੌਪਈ ਕਹਿੰਦੇ ਨੇ, ਉਹਨੂੰ ਗੁਰਬਾਣੀ ਕਹਿੰਦੇ ਨੇ। ਅਸੀਂ ਉਹਨੂੰ ਗੁਰਬਾਣੀ ਨਹੀਂ ਮੰਨਦੇ। ਪਹਿਲਾ ਸਬੂਤ ਮੈਂ ਉਹਦਾ ਦਿੰਦਾ, ਇਹ ਜਿਹੜੀ ਚੌਪਈ ਦੀ ਗੱਲ ਕਰਦੇ ਨੇ ਉਹ ਇੱਕ ਅਲੱਗ ਗ੍ਰੰਥ ਹੈ। ਜਿੱਥੇ ਮੈਂ ਗਲਤ ਉਹਨੂੰ ਟੋਕ ਦਿਓ। ਹਾਂਜੀ, ਠੀਕ, ਉਹ ਇੱਕ ਅਲੱਗ ਗ੍ਰੰਥ ਹੈ। ਪੂਰੀ ਕਰ ਲਓ ਬੱਬਰ ਜੀ। ਹਾਂਜੀ, ਅਸੀਂ ਉਸ ਤੋਂ ਬਾਅਦ ਇਕੱਠਾ ਜਵਾਬ ਦਵਾਂਗੇ, ਫਿਰ ਆਪਣੇ ਵਿਚਾਰ ਪੂਰੀ ਕਰ ਹਾਂ ਬਿਲਕੁਲ। ਜੋ ਤੁਸੀਂ ਦੱਸਣਾ ਚਾਹੁੰਦੇ ਉਹ ਇੱਕ ਅਲੱਗ ਗ੍ਰੰਥ ਹੈ, ਉਹਦਾ ਨਾਮ ਬਚਿੱਤਰ ਨਾਟਕ ਹੈ। ਹੁਣ ਤੱਕ ਉਹਦੇ 5-6 ਨਾਮ ਬਦਲ ਚੁੱਕੇ ਨੇ। ਠੀਕ ਹੈ, ਧਿਆਨ ਰੱਖਿਓ, ਜਿਹੜੀ ਚੀਜ਼ ਜਿਹੜੇ ਬੰਦੇ ਨੇ ਲਿਖੀ ਹੈ ਉਹਨੂੰ ਉਹਦੇ ਵਿੱਚ ਕੋਈ ਛੇੜਛਾੜ ਨਹੀਂ ਕਰ ਸਕਦਾ। ਹੁਣ ਤੁਹਾਨੂੰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਹੈ, ਇਹਦੇ 'ਚ ਇੱਕ ਵੀ ਲਫ਼ਜ਼ ਦੀ ਕਿਸੇ ਨੂੰ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ। ਉਹ ਜਿਹੜਾ ਗ੍ਰੰਥ ਹੈ ਹੁਣ ਤੱਕ ਉਹਦੇ ਕਈ ਨਾਮ ਬਦਲੇ ਜਾ ਚੁੱਕੇ ਨੇ। ਅਸਲ ਵਿੱਚ ਜਿਹਨੂੰ ਚੌਪਈ ਕਹਿੰਦੇ ਨੇ ਉਹ ਉਹਦਾ ਇੱਕ ਭਾਗ ਹੈ। ਮੇਰੇ ਕੋਲ ਮੈਂ ਤੁਹਾਨੂੰ ਨਾਲ ਪ੍ਰੂਫ ਦੇਈ ਜਾਣੇ ਨੇ। ਇਹ ਭਾਗ ਦੂਜਾ, ਇਹਦੇ ਵਿੱਚ ਚੌਪਈ ਹੈ, ਇਹ ਬਚਿੱਤਰ ਨਾਟਕ ਹੈ। ਇਹ ਲਗਭਗ ਮਤਲਬ ਦੋਏ ਮਿਲਾ ਕੇ ਇੱਕ ਗ੍ਰੰਥ ਬਣਦਾ ਹੈ ਪੂਰਾ, ਜਿਹਨੂੰ ਬਚਿੱਤਰ ਨਾਟਕ ਕਹਿੰਦੇ ਨੇ। ਇਹ ਲਗਭਗ ਅੱਧਾ ਗ੍ਰੰਥ ਹੈ, ਇਹ 2 ਭਾਗਾਂ 'ਚ ਹੈ। ਇਹਦੇ ਵਿੱਚ ਚੌਪਈ ਦਰਜ ਹੈ। ਪਹਿਲੀ ਮੇਰੀ ਬੇਨਤੀ ਇਹ ਹੈ, ਇਹ ਰਿਕਾਰਡਿੰਗ ਅੱਗੇ ਤੱਕ ਜਾਣੀ ਹੈ, ਇਹਨੂੰ ਮਤਲਬ ਜਿਹੜੀ ਸ਼੍ਰੋਮਣੀ ਕਮੇਟੀ ਵੀ ਸੁਣੂਗੀ, ਅਕਾਲ ਤਖਤ ਦਾ ਜਥੇਦਾਰ ਵੀ ਸੁਣੂਗਾ, ਤੇ ਉਹਨਾਂ ਨੂੰ ਵੀ ਸਾਡੇ ਸਵਾਲ ਨੇ। ਪਹਿਲਾਂ ਮੈਂ ਇੱਕ ਛੋਟੀ ਜਿਹੀ ਹੋਰ ਬੇਨਤੀ ਕਰਦਾ। ਇਸ ਤੋਂ ਪਹਿਲਾਂ ਮੈਨੂੰ 2 ਚਿੱਠੀਆਂ ਭੇਜੀਆਂ ਸੀ
ਅਕਾਲ ਤਖਤ ਵੱਲੋਂ ਆਈਆਂ ਸੀ। ਮੈਂ ਉਹਨਾਂ ਦੇ ਜਵਾਬ ਦਿੱਤੇ ਨੇ, ਅਜੇ ਤੱਕ ਮੇਰੀ ਕੋਈ ਚਿੱਠੀ ਦਾ ਜਵਾਬ ਨਹੀਂ ਆਇਆ। ਜੋ ਤੁਸੀਂ ਇਹਨਾਂ ਨੇ ਫਰਮਾਨ ਪੜ੍ਹਿਆ ਉਹ ਮੈਨੂੰ ਨਹੀਂ ਆਇਆ। ਸਰਪੰਚ ਦਾ ਨਾਮ ਲਿਖਿਆ ਤੇ ਇਹਨਾਂ ਦਾ ਰਵਿੰਦਰ ਸਿੰਘ ਦਾ ਨਾਮ ਲਿਖਿਆ, ਸ਼ਿਕਾਇਤ ਕਰਤਾ ਦਾ ਨਾਮ ਲਿਖਿਆ। ਤੁਸੀਂ ਮੈਨੂੰ ਇੱਕ ਜਵਾਬ ਦਿਓ, ਜੇ ਕੋਈ ਅਪਰਾਧੀ ਆ ਬੰਦਾ, ਜੇ ਕੋਈ ਤਨਖਾਹੀ ਆ ਬੰਦਾ, ਕੋਰਟ ਉਹਨੂੰ ਡਾਇਰੈਕਟ ਡੀਲਿੰਗ ਕਰਦੀ ਹੈ ਜਾਂ ਇਨਡਾਇਰੈਕਟ ਕਰਦੀ ਹੈ? ਮੰਨ ਲਓ ਕੋਰਟ ਨੇ ਮੈਨੂੰ ਸਜ਼ਾ ਸੁਣਾਈ, ਉਹ ਸਰਪੰਚ ਨੂੰ ਕਹੂਗੀ ਵੀ ਫਲਾਣਾ ਬੰਦਾ ਦੋਸ਼ੀ ਹੈ, ਉਹ ਮੈਨੂੰ ਕਹੂਗੀ ਵੀ ਤੂੰ ਦੋਸ਼ੀ ਹੈ, ਤੈਨੂੰ ਆਹ ਸਜ਼ਾ ਦਿੱਤੀ ਜਾਂਦੀ ਹੈ ਨਾ। ਇਸ ਕਰਕੇ ਜਿਹੜੀਆਂ ਰਾਈਟ ਲੈਫਟ ਚਿੱਠੀਆਂ ਦੀਆਂ ਨੇ ਅਸੀਂ ਉਹਨੂੰ ਬਿਲਕੁਲ ਨਹੀਂ ਮੰਨਦੇ। ਜਦੋਂ ਮੈਨੂੰ ਡਾਇਰੈਕਟ ਚਿੱਠੀ ਆਊਗੀ ਅਸੀਂ ਉਹਦਾ ਜਵਾਬ ਦੇਵਾਂਗੇ, ਚਾਹੇ ਸਾਨੂੰ ਉੱਥੇ ਜਾ ਕੇ ਦੇਣਾ ਪਵੇ, ਜੋ ਮਰਜ਼ੀ ਕਰਨਾ ਪਵੇ। ਠੀਕ ਆ। ਨੰਬਰ ਦੂਸਰੀ ਗੱਲ ਆ ਗਈ ਚੌਪਈ ਦੀ। ਇਹ ਜਿਹੜਾ ਇਹਨੂੰ ਚਰਿੱਤਰੋ ਪਖਿਆਨ ਕਹਿੰਦੇ ਨੇ, ਤਕਰੀਬਨ ਇੰਨੇ ਹਿੱਸੇ ਨੂੰ। ਇਹ ਇੰਨਾ ਕੁ ਅਸ਼ਲੀਲ ਹੈ, ਇੰਨੀਆਂ ਕੁ ਮਾਵਾਂ ਭੈਣਾਂ ਦੀ ਇਹਦੇ 'ਚ ਬੇਇੱਜ਼ਤੀ ਕੀਤੀ ਗਈ ਹੈ। ਮੈਂ ਮਾਫ ਕਰਨਾ, ਮੇਰੇ ਪਿਤਾ ਸਮਾਨ ਬੰਦੇ ਇੱਥੇ ਬੈਠੇ ਨੇ, ਉਹ ਲਫ਼ਜ਼ ਬੋਲੇ ਨਹੀਂ ਜਾ ਸਕਦੇ ਜਿਹੜੇ ਇਹਦੇ ਵਿੱਚ ਲਿਖੇ ਹੋਏ ਨੇ। ਕੁਝ ਬੰਦਿਆਂ ਨੇ ਸਿੰਘ ਸਾਹਿਬ ਜਥੇਦਾਰ ਨੂੰ ਚਿੱਠੀਆਂ ਲਿਖੀਆਂ ਕਿ ਜਿਹੜਾ, ਚਲੋ ਇਹ ਵੀ ਵਿਵਾਦਤ ਹੈ ਕਿਉਂਕਿ ਬ੍ਰਾਹਮਣੀ ਰਚਨਾਵਾਂ ਨੇ ਇਹਦੇ ਵਿੱਚ 24 ਅਵਤਾਰ ਜਿਹੜੇ ਬ੍ਰਾਹਮਣੀ ਗ੍ਰੰਥਾਂ ਚੋਂ ਲਏ ਗਏ ਨੇ, ਰਮਾਇਣ ਇਹਦੇ ਵਿੱਚ ਦਰਜ ਹੈ। ਇਹਨੂੰ ਛੱਡੋ, ਇਹ ਤਾਂ ਵਿਦਵਾਨਾਂ ਦਾ ਹਿੱਸਾ ਬੈਠ ਕੇ ਗੁਰਬਾਣੀ ਦੀ ਕਸਵੱਟੀ ਤੇ ਉਹਨੂੰ ਪਰਖ ਲੈਣਗੇ। ਪਰ ਤੇ ਇਹ ਜਿਹੜਾ ਹਿੱਸਾ ਚਰਿੱਤਰੋ ਪਖਿਆਨ ਹਿੱਸਾ ਹੈ, ਇਹਦੇ ਉੱਤੇ ਉਸ ਟਾਈਮ ਦੇ ਜਿਹੜੇ ਜਥੇਦਾਰ ਸੀਗੇ 1977 ਦੀ, ਮੈਂ ਤੁਹਾਨੂੰ ਦਿਖਾ ਦੂੰਗਾ ਕਾਪੀ ਕੱਢ ਕੇ, ਸਾਧੂ ਸਿੰਘ ਭੌਰ ਅਕਾਲ ਤਖਤ ਦਾ ਜਥੇਦਾਰ ਸੀ। ਉਹਨਾਂ ਨੇ, ਕਿਸੇ ਸਿੰਘ ਨੇ ਪੁੱਛਿਆ ਕਿ ਇਹ ਗੁਰਬਾਣੀ ਹੈ, ਵੀ ਸਾਨੂੰ ਦੱਸਿਆ ਜਾਵੇ। ਇਹ ਲੋਕਾਂ ਦੇ ਵਿੱਚ ਬੜੀ ਮਤਲਬ ਉਥਲ ਪੁਥਲ ਹੈ ਸਿੱਖ ਕੌਮ ਦੇ ਵਿੱਚ ਕਿ ਗੁਰਬਾਣੀ ਹੈ ਜਾਂ ਨਹੀਂ ਹੈ, ਕਿ ਸਾਨੂੰ ਇਹ ਦੱਸਿਆ ਜਾਵੇ। ਉਸ ਚੀਜ਼ ਦਾ ਉਹਨਾਂ ਨੇ ਜਵਾਬ ਦਿੱਤਾ ਕਿ ਜਿਹੜਾ ਇਹਦਾ ਬਚਿੱਤਰ ਨਾਟਕ ਦਾ ਚਰਿੱਤਰੋ ਪਖਿਆਨ ਭਾਗ ਹੈ, ਅੱਧਾ ਭਾਗ ਹੈ, ਕਿ ਇਹ ਗੁਰਬਾਣੀ ਨਹੀਂ ਹੈਗੀ। ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਨੂੰ ਦੱਸਣ, ਚਿੱਠੀ ਲਿਖ ਕੇ ਦੱਸਣ, ਮੈਸੇਜ ਲੈ ਕੇ ਦੱਸਣ ਕਿ ਜਿਹੜੀ ਉਸ ਟਾਈਮ ਉਹਨਾਂ ਨੇ ਚਿੱਠੀ ਕੱਢੀ ਹੈ ਵੀ ਚਰਿੱਤਰੋ ਪਖਿਆਨ ਬਾਣੀ ਨਹੀਂ ਹੈਗੀ, ਕਿ ਉਹਨੂੰ ਰੱਦ ਕਰ ਦਿੱਤਾ ਉਸ ਚਿੱਠੀ ਨੂੰ, ਜਾਂ ਉਹ ਹਜੇ ਉਹਦਾ ਪ੍ਰਭਾਵ ਹੈਗਾ, ਵੀ ਜਾਂ ਇਹਨਾਂ ਨੇ ਨਹੀਂ ਰੱਦ ਕੀਤੀ, ਕਿ ਇਹਨਾਂ ਨੇ ਮੰਨ ਲਿਆ ਕਿ ਚਰਿੱਤਰੋ ਪਖਿਆਨ ਗੁਰਬਾਣੀ ਹੈ ਜਾਂ ਨਹੀਂ ਹੈ। ਉਸ ਦੇ ਉੱਤੇ ਸਪਸ਼ਟੀਕਰਨ ਨੰਬਰ 1। ਨੰਬਰ ਦੂਸਰੀ ਗੱਲ ਹੈ, ਜਿਹੜੀ ਚੌਪਈ ਹੈ ਉਹ ਚਰਿੱਤਰੋ ਪਖਿਆਨ ਦਾ ਹਿੱਸਾ ਹੈ, 404ਵਾਂ ਚਰਿੱਤਰ ਹੈ। ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਓ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਸਾਹਿਬ ਹੈ, ਜੇ ਉਹ ਗੁਟਕੇ 'ਚ ਲਿਖਣਾ, ਪੂਰਾ ਲਿਖਣਾ ਪਊਗਾ। ਤੁਸੀਂ ਉਹਨੂੰ ਇਦਾਂ ਨਹੀਂ ਕਿ ਅੱਧ ਵਿਚਾਲਿਓਂ ਚਾ ਕੇ ਗੁਟਕਿਆਂ 'ਚ ਲਿਖ ਦੋ। ਜੇ ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੂਰਾ ਹੀ ਗੁਟਕੇ ਦੇ ਵਿੱਚ ਲਿਖਣਾ ਪਊਗਾ। ਜੇ ਸਿੱਧ ਗੋਸ਼ਟ, ਜੋ ਕੋਈ ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਆ, ਜੇ ਉਹਨੂੰ ਚਾ ਕੇ ਗੁਟਕੇ 'ਚੋਂ ਲਿਖਣਾ, ਇਹ ਕਿਸੇ ਨੂੰ ਰਾਈਟ ਨਹੀਂ ਕਿ ਤੁਸੀਂ ਉਹਨੂੰ ਕੱਟ ਵੱਢ ਕੇ ਲਿਖੋ। ਜਿਹੜੀ ਚੌਪਈ ਗੁਟਕੇ ਦੇ ਵਿੱਚ ਲਿਖੀ ਗਈ ਹੈ, ਚੌਪਈ ਦਾ ਮੂਲ ਸਰੋਤ ਹੈ ਚਰਿੱਤਰੋ ਪਖਿਆਨ। ਇਹਦੇ ਵਿੱਚੋਂ ਚਾ ਕੇ ਲਿਖੀ ਜਾਂਦੀ ਹੈ, ਦੇਖ ਕੇ ਲਿਖੀ ਜਾਂਦੀ ਹੈ। ਜਿਹਨੇ ਮਤਲਬ ਗੁਟਕਿਆਂ ਦੇ ਵਿੱਚ ਚੌਪਈ ਲਿਖੀ ਹੈ, ਕੀ ਉਹ ਇਸ ਗੱਲ ਦਾ ਜਵਾਬ ਦੇ ਹੈ ਕਿ ਕਿਸੇ ਨੂੰ ਅਧਿਕਾਰ ਦਿੱਤਾ ਹੈ ਕਿਸੇ ਨੇ ਕਿ ਉਹਨੂੰ ਤੋੜ ਮਰੋੜ ਕੇ ਲਿਖੇ? ਹੁਣ ਜੇ ਕੋਈ ਸੱਜਣ ਪੜ੍ਹਿਆ ਲਿਖਿਆ ਦੇਖਣਾ ਚਾਹੁੰਦਾ, ਮੈਂ ਪ੍ਰੂਫ ਦੇਣੇ ਨੇ ਕਿ ਜਿਹੜੀ ਗੁਟਕਿਆਂ 'ਚ ਲਿਖੀ ਹੈ ਤੇ ਚਰਿੱਤਰੋ ਪਖਿਆਨ ਦੇ ਵਿੱਚ ਜਿਹੜੀ ਚਿੱਤਰ ਨਾਟਕ ਦੇ ਵਿੱਚ ਚੌਪਈ ਹੈ ਉਹ ਕੀ ਹੈ ਤੇ ਗੁਟਕਿਆਂ 'ਚ ਕੀ ਲਿਖੀ ਹੈ। ਥੋੜਾ ਨੇੜੇ ਕਰ ਲਓ ਜੀ ਕੈਮਰਾ। ਹੋਰ ਵੀ ਸੱਜਣ ਤੁਸੀਂ ਵੀ ਨੇੜੇ ਆ ਜਾਓ, ਤੁਸੀਂ ਮੀਡੀਏਟਰ ਹੋ। ਇਹ ਗੁਟਕਾ ਸਾਹਿਬ ਹੈ ਜੀ, ਇਹਦੇ ਤੇ ਲਿਖਿਆ ਹੈ ਪਾਤਸ਼ਾਹੀ 10ਵੀਂ ਕਬਿਓ ਬਾਚ ਬੇਨਤੀ ਚੌਪਈ। ਤੁਸੀਂ ਸਾਰੇ ਤਕਰੀਬਨ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ। ਅੱਗੇ ਲਿਖਿਆ ਚੌਪਈ। ਹੁਣ ਆਪਾਂ ਬਚਿੱਤਰ ਨਾਟਕ ਦੇ ਵਿੱਚ ਆ ਜੰਨੇ ਆ। ਆਜੋ ਤੁਸੀਂ ਵੀ ਨੇੜੇ ਹੋ, ਜਿਹੜੇ ਮੀਡੀਏਟਰ ਨੇ ਵੀਰ ਨੇੜੇ ਆ ਜਾਓ ਤੁਸੀਂ, ਕਿਉਂਕਿ ਤੁਸੀਂ ਗੱਲ ਅੱਗੇ ਪਹੁੰਚਾਉਣੀ ਆ। ਇਹ ਤੁਸੀਂ ਵੀ ਅੱਜ ਨੇੜੇ। ਨਹੀਂ ਕੋਈ ਗੱਲ ਨਹੀਂ, ਤੁਸੀਂ ਮੈਂ ਜਵਾਬ ਦਊਂਗਾ ਇਸ ਗੱਲ ਦਾ ਬਾਅਦ ਚ। ਇੱਥੋਂ ਸ਼ੁਰੂ ਹੁੰਦੀ ਹੈ, ਠੀਕ ਹੈ ਜੀ। ਇਹ ਲਿਖਿਆ हमरी करो हाथ दा रक्षा पूर्ण हुए चित की इच्छा तब चरणन मन रहे हमारा अपना जान करो प्रतिपारा। ये किनवे नंबर है जी? 377। थोड़े जे ते मार दो। 377 नंबर बनता है चौपाई का। पर जिन्हें गुटके दे विच लिखी है
हमारी करो हाथ दर अच्छा पूर्ण होए चित्त की इच्छा तब चरणन मन रहे हमारा अपना जान करो प्रतिपारा ਇਹ ਤੇ ਵੀ ਮਾਰ ਦੋ ਜੀ। ਇੱਥੇ ਇੱਕ ਲਿਖਣ ਦਾ ਅਧਿਕਾਰ ਕਿਹਨੇ ਦੇਤਾ? ਜੇ ਇਹਦੇ ਵਿੱਚ 377 ਹੈ ਤਾਂ ਗੁਟਕਿਆਂ ਦੇ ਵਿੱਚ 377 ਨਹੀਂ ਲਿਖਿਆ ਜਾਣਾ ਚਾਹੀਦਾ। ਇਹ ਜਿਹੜੀ ਗੁਰਬਾਣੀ ਦੀ ਗੁਰੂ ਅਰਜਨ ਸਾਹਿਬ ਨੇ ਲੌਕਿੰਗ ਕੀਤੀ ਹੈ, ਜਿਹੜੀ ਪਿੱਛੇ ਨੰਬਰਿੰਗ ਹੈ, ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਖੋਲ ਕੇ ਦੇਖਿਓ, ਜਿਹੜੀ ਪਿੱਛੇ ਨੰਬਰਿੰਗ ਹੈ ਉਹ ਬੜੀ ਅਹਿਮੀਅਤ ਰੱਖਦੀ ਹੈ ਤਾਂ ਕਿ ਇਹਦੇ ਵਿੱਚ ਕੁਝ ਕੱਢਿਆ ਨਾ ਜਾ ਸਕੇ, ਕੁਝ ਪਾਇਆ ਨਾ ਜਾ ਸਕੇ। ਜਦੋਂ ਤੁਸੀਂ ਜਿਹੜੇ ਬੰਦੇ ਅਖੰਡ ਪਾਠ ਕਰਦੇ ਜਾਂ ਸਹਿਜ ਪਾਠ ਕਰਦੇ ਨੇ, ਜਦੋਂ ਪੜ੍ਹਦੇ ਹੋ ਤੁਸੀਂ ਦੇਖਿਓ ਕਈ ਲਾਈਨ ਨਾ ਪੂਰੀ ਅੱਖਰਾਂ ਦੀ ਲਿਖੀ ਹੁੰਦੀ ਹੈ, 5 7 11 18। ਉਹ ਬੜੀ ਅਹਿਮੀਅਤ ਰੱਖਦੀ ਹੈ ਚੀਜ਼, ਉਹ ਇੱਕ ਲੌਕਿੰਗ ਕੀਤੀ ਗਈ ਹੈ ਗੁਰਬਾਣੀ ਦੀ। ਜੇ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਮੰਨਦੇ ਨੇ, ਇਹ ਗੁਟਕਿਆਂ ਦੇ ਵਿੱਚ ਛੇੜਛਾੜ ਕਰਨ ਦੀ ਕਿਹਨੇ ਇਜਾਜ਼ਤ ਦਿੱਤੀ ਹੈ? ਨੰਬਰ ਦੂਸਰਾ, ਹੁਣ ਆਪਾਂ ਦੇਖਦੇ ਹਾਂ ਚੌਪਈ ਇਹਦੇ ਚ ਕਿੱਥੋਂ ਸ਼ੁਰੂ ਹੁੰਦੀ ਹੈ? ਅੱਜ ਨੇੜੇ ਆ ਗਿਆ, ਇਹ ਇੱਥੋਂ ਸ਼ੁਰੂ ਹੁੰਦੀ ਹੈ। ਜਿਹਦੇ ਨੇੜੇ ਇੱਕ ਵਾਰੀ ਕੈਮਰਾ ਮਾਰ ਦੋ, ਇੱਥੇ 403 ਜਿਹੜਾ ਚਰਿੱਤਰ ਸਮਾਪਤ ਹੋ ਜਾਂਦਾ, ਇਹ 404ਵਾਂ ਚਰਿੱਤਰ ਇੱਥੋਂ ਸਟਾਰਟ ਹੋ ਜਾਂਦਾ। ਇਹਦੇ ਲਾਸਟ 'ਚ ਵੀ ਲਿਖਿਆ 404 ਚਰਿੱਤਰ ਸਮਾਪਤ ਨੂੰ ਸੁਭ ਮਸ ਅਪਸੁਭੀ, ਜੋ ਵੀ ਲਿਖਿਆ ਹੋਇਆ ਇਹਨਾਂ ਨੇ। ਜੇ ਵਿਚਿੱਤਰ ਨਾਟਕ ਦੇ ਵਿੱਚ ਇਹਨਾਂ ਦੇ ਕਹਿਣ ਮੁਤਾਬਕ ਗੁਰਬਾਣੀ ਅਸੀਂ ਨਹੀਂ ਮੰਨਦੇ, ਅਸੀਂ ਨਹੀਂ, ਸਾਡੇ ਇੱਕ ਮਿੰਟ ਮੇਰੀ ਗੱਲ ਸੁਣੋ। ਇੱਕ ਮਿੰਟ ਮੈਂ ਇੱਕ ਜਵਾਬ ਤਾਂ ਦੇ ਲੈਣ। ਸਾਡੇ ਕਹਿਣ ਮੁਤਾਬਕ ਨਹੀਂ, ਸਿੱਖੀ ਰਹਿਤ ਮਰਿਆਦਾ ਅਨੁਸਾਰ। ਇੱਕ ਮਿੰਟ, ਮੇਰਾ ਜਵਾਬ ਆਇਆ ਨਹੀਂ। ਸਾਨੂੰ ਤਾਂ ਮੈਨੂੰ ਕਲੀਅਰ ਕਰ ਲੈਣ ਤੋਂ ਲੱਗਦਾ ਉਹੀ ਗੱਲ ਪਹਿਲਾਂ ਕਰੀ ਸੀ। ਇੱਕ ਚੀਜ਼ ਮੈਨੂੰ ਆਪਣੀ ਪੂਰੀ ਗੱਲ ਰੱਖ ਲੈਣ ਦਿਓ, ਤੁਹਾਨੂੰ ਪੂਰਾ ਮੌਕਾ ਦਿੱਤਾ ਜਾਊਗਾ। ਇੱਕ ਅਸਲੀ ਬੇਨਤੀ ਆ ਵੀ ਇਸ ਗੱਲ ਨੂੰ ਆਪਾਂ ਬਹੁਤਾ ਲਮਕਾਈਏ ਨਾ। ਕਿਉਂ ਨਾ ਜੀ ਲਮਕਾਈਏ? ਮੇਰੀ ਬੇਨਤੀ ਸਾਡਾ ਬੈਠੇ ਕੋਈ ਗੱਲ ਨਹੀਂ, ਪੂਰੀ ਗੱਲ ਕਰਾਂਗੇ। ਮੇਰੀ ਬੇਨਤੀ ਸੁਣੋ, ਜਿਹੜਾ ਇਹ ਮੁੱਦਾ ਹੈ ਇਹ ਪੂਰੇ ਪੰਥ ਦਾ ਮੁੱਦਾ ਹੈ, ਨਾ ਕਿ ਇਕੱਲੇ ਅਸੀਂ ਪੰਥ ਚੋਂ ਬਾਹਰ ਹਾਂ ਜੀ। ਮੇਰੀ ਦਾਦਾ ਜੀ ਇੱਕ ਮੇਰੀ ਬੇਨਤੀ ਸੁਣੋ। ਜਿਹੜਾ ਮੈਂ ਇੱਕ ਗੱਲ ਕਹੀ ਸੀ ਵੀ ਜੇ ਤਾਂ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਉਵੇਂ ਹੀ ਪਾਠ ਹੁੰਦਾ ਜਿਹੜਾ ਛਾਪਰ ਦੇ ਵਿੱਚ ਹੁੰਦਾ, ਫਿਰ ਤਾਂ ਕਰਾਈ ਚੱਲੋ। ਜੇ ਕੱਲਾ ਛਾਪਰੇ ਲੈਦਾ, ਆਪਣਾ ਪਿੰਡ ਕੱਲਾ ਲੈਦਾ, ਵੀ ਕਿਤੇ ਗੁਰਦੁਆਰਾ ਸਾਹਿਬ ਜਿੱਥੇ ਵੀ ਬਣਿਆ ਹੋਇਆ ਹੈ ਉੱਥੇ 24 ਸਾਹਿਬ ਕੱਟੀ ਨਹੀਂ ਜਾਂਦੀ, ਸਿਰਫ ਤੇ ਸਿਰਫ ਛਾਪਰ 'ਚ ਕੱਟੀ ਜਾਂਦੀ ਆ। ਕਿ ਗਿਆਨਵਾਨ ਅਸੀਂ ਹਾਂ ਬਸ ਪੂਰੇ ਵਰਲਡ ਦੇ ਵਿੱਚ, ਪੂਰੇ ਵਿਸ਼ਵ ਵਿੱਚ। ਬੈਠੋ ਜਵਾਬ ਦਿੰਦੇ ਆ ਜੀ, ਉਹਨਾਂ ਨੂੰ ਨਾ ਜਵਾਬ ਮੈਨੂੰ ਕਰੋ ਨਾ, ਗੱਲ ਕਰੋ। ਮੈਂ ਉਹੀ ਗੱਲ ਕਹਿਣਾ ਵੀ ਨਹੀਂ, ਮੈਂ ਤੁਹਾਨੂੰ ਵੀ ਕੀਤਾ, ਤੁਸੀਂ ਜਵਾਬ ਦਿੱਤਾ ਨਹੀਂ ਹੈਗਾ। ਮੈਂ ਇਹ ਗੱਲ ਕਰਦਾ ਵੀ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ 24 ਸਾਹਿਬ ਕੱਟੀ ਜਾਂਦੀ ਹੈ, ਉਸ ਦਾ ਜਵਾਬ ਤਾਂ ਆਵੇ ਨਾ। ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਮੇਰੀ ਗੱਲ ਸੁਣੋ ਜੀ, ਧਿਆਨ ਦਿਓ ਗਰੀਬ। ਜਿਹੜੀ ਸਿੱਖ ਰਹਿਤ ਮਰਿਆਦਾ ਦੀ ਇਹ ਗੱਲ ਕਰਦੇ ਨੇ, ਜਿਹੜੇ ਆਮ ਪਿੰਡਾਂ ਦੇ ਗੁਰਦੁਆਰੇ ਆ, ਆਪਣਾ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਅੰਡਰ ਨਹੀਂ ਹੈਗਾ। ਜਿਹੜੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਅੰਦਰ ਨੇ, ਮੇਰੀ ਬੇਨਤੀ ਹੈ, ਰਿਕਾਰਡਿੰਗ ਹੋ ਰਹੀ ਹੈ, ਸਾਡੀ ਬੇਨਤੀ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਹੈ, ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਹੈ ਇਹ ਬੇਨਤੀ ਕਿ ਅਸੀਂ ਤਾਂ ਬਹੁਤ ਚਿੱਠੀਆਂ ਲਿਖੀਆਂ, ਸਾਨੂੰ ਤਾਂ ਜਵਾਬ ਦਿੰਦੇ ਨਹੀਂ। ਉਹ ਹੋ ਸਕਦਾ ਇਹਨਾਂ ਦੇ ਰੈਫਰੈਂਸ ਤੇ ਜਵਾਬ ਦੇ ਦੇਣ। ਸਾਡੀ ਸਵਾਲ ਆ ਉਹਨਾਂ ਨੂੰ ਕਿ ਕੋਈ ਵੀ ਸ਼੍ਰੋਮਣੀ ਕਮੇਟੀ ਦੇ ਅੰਦਰ ਇੱਕ ਵੀ ਗੁਰਦੁਆਰਾ ਦਿਖਾ ਦਿਓ ਜਿੱਥੇ ਉਹ ਰਹਿਤ ਮਰਿਆਦਾ ਲਾਗੂ ਹੈ। ਕੋਈ ਉਹਨੂੰ ਡੇਰਾ ਨਹੀਂ ਮੰਨਦਾ, ਟਕਸਾਲ ਨਹੀਂ ਮੰਨਦੀ, ਈਵਨ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਉਹ ਲਾਗੂ ਨਹੀਂ ਹੈਗੀ ਸਿੱਖ ਰਹਿਤ ਮਰਿਆਦਾ। ਉਦੋਂ ਇਹਨਾਂ ਦੇ ਮੂੰਹ ਕਿਉਂ ਬੰਦ ਹੁੰਦੇ ਨੇ? ਜੇ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਪੜ੍ਹਨਾ ਚਾਹੁੰਦਾ ਉਹਨੂੰ ਗੰਦ ਦੱਸਿਆ ਜਾਂਦਾ, ਜਿਹੜਾ ਇਹ ਗੰਦ ਹੈ ਇਹਨੂੰ ਗੁਰਬਾਣੀ ਕਿਹਾ ਜਾਂਦਾ। ਮੈਂ ਬਾਅਦ ਚ ਤੁਹਾਨੂੰ ਕੁਝ ਨਮੂਨੇ ਪੇਸ਼ ਕਰੂੰਗਾ, ਪਲੀਜ਼ ਮੈਨੂੰ ਮਾਫ ਕਰ ਦਿਓ ਕਿਉਂਕਿ ਪੜ੍ਹਨੇ ਜ਼ਰੂਰੀ ਨੇ। ਐਡੀਆਂ ਗੱਲਾਂ ਮੈਂ ਉਹ ਗੰਦੀਆਂ ਗੱਲਾਂ ਬੋਲ ਨਹੀਂ ਸਕਦਾ, ਲੇਕਿਨ ਮੈਨੂੰ ਬੋਲਣੀਆਂ ਪੈਣਗੀਆਂ ਸੁਣਾਉਣ ਵਾਸਤੇ। ਰਹਿਤ ਮਰਿਆਦਾ ਦੇ ਵਿੱਚ ਮੇਰੇ ਕੋਲ ਕਾਪੀ ਇਹਦੇ ਵਿੱਚ ਹੈਗੀ ਆ। ਰਹਿਤ ਮਰਿਆਦਾ ਦੇ ਵਿੱਚ ਲਿਖਿਆ, ਮੈਂ ਪ੍ਰੂਫ ਵੀ ਦੇ ਦੂੰਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਰਤਨ ਸਿਰਫ ਗੁਰਬਾਣੀ ਦਾ ਹੋ ਸਕਦਾ ਹੈ, ਭਾਈ ਗੁਰਦਾਸ ਦੀਆਂ ਵਾਰਾਂ ਦਾ ਹੋ ਸਕਦਾ ਹੈ, ਭਾਈ ਨੰਦ ਲਾਲ ਦੀਆਂ ਗਜ਼ਲਾਂ ਦਾ ਹੋ ਸਕਦਾ ਹੈ। ਇਹ ਤਿੰਨ ਚੀਜ਼ਾਂ ਦੀ ਪ੍ਰਵਾਨਗੀ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ, ਜਿਹਦਾ ਇਹ ਰੈਫਰੈਂਸ ਦਿੰਦੇ ਨੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬੇਨਤੀ ਆ ਅਕਾਲ ਤਖਤ ਦੇ ਜਥੇਦਾਰ ਨੂੰ ਵੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਦੋਂ ਸ਼ਾਮ ਨੂੰ ਆਰਤੀ ਪੜ੍ਹੀ ਜਾਂਦੀ ਹੈ, ਕੀ ਇਹ ਵਿਚਿੱਤਰ ਨਾਟਕ ਦੀਆਂ ਰਚਨਾਵਾਂ ਨਹੀਂ ਪੜ੍ਹੀਆਂ ਜਾਂਦੀਆਂ? ਉਦੋਂ ਸਿੱਖ ਰਹਿਤ ਮਰਿਆਦਾ ਕਿੱਥੇ ਹੁੰਦੀ ਹੈ? ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ 1 ਤਰੀਕ ਨੂੰ ਲੰਘ ਕੇ ਗਿਆ। ਦਿੱਲੀ ਕਮੇਟੀ ਦੇ ਉੱਤੋਂ ਬੰਤਾ ਸਿੰਘ ਨੇ ਸ਼ਰੇਆਮ ਇਸ ਗ੍ਰੰਥ ਦੀ ਕਥਾ ਕੀਤੀ, ਜਿਹੜੀ ਸਿੱਖ ਰਹਿਤ ਮਰਿਆਦਾ ਦੇ ਵੀ ਉਲਟ ਹੈ। ਸਿੱਖੀ ਸਿਧਾਂਤਾਂ ਦੇ ਤਾਂ ਬਿਲਕੁਲ ਉਲਟ ਹੈ, ਸਿੱਖ ਰਹਿਤ ਮਰਿਆਦਾ ਦੇ ਵੀ ਬਿਲਕੁਲ ਉਲਟ ਹੈ। ਉਦੋਂ ਜਥੇਦਾਰ ਜੀ ਕਿੱਥੇ ਚਲੇ ਜਾਂਦੇ ਨੇ?
ਈਵਨ ਲੋਕਾਂ ਨੇ ਉੱਥੇ ਜਾ ਕੇ ਤਖਤੀਆਂ ਲੈ ਕੇ ਪ੍ਰੋਟੈਸਟ ਕਰਿਆ ਦਿੱਲੀ। ਤੁਹਾਨੂੰ ਮੈਂ ਵੀਡੀਓ ਦਿਖਾ ਦੂੰਗਾ ਕਿ ਇਸ ਨੂੰ ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ, ਉਸ ਦਾ ਮੂੰਹ ਚੜਾਉਣ ਵਾਸਤੇ, ਉਸ ਨੂੰ ਨੀਚਾ ਦਿਖਾਉਣ ਵਾਸਤੇ ਦੂਸਰੇ ਗ੍ਰੰਥਾਂ ਦੀ ਉੱਥੇ ਕਥਾ ਕੀਤੀ ਜਾਂਦੀ ਹੈ, ਜਿਹੜੀ ਬਿਲਕੁਲ ਵੀ ਪ੍ਰਵਾਨ ਨਹੀਂ ਹੈਗੀ, ਨਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਅਨੁਸਾਰ, ਨਾ ਸਿੱਖ ਰਹਿਤ ਮਰਿਆਦਾ ਅਨੁਸਾਰ। ਉੱਥੇ ਜਥੇਦਾਰ ਕਿਉਂ ਨਹੀਂ ਬੋਲਦੇ ਹੈਗੇ? ਉਹਨਾਂ ਦੇ ਮੂੰਹ ਕਿਉਂ ਸਿੱਟੇ ਜਾਂਦੇ ਨੇ? ਕਿਹਦਾ ਪਿੱਛੋਂ ਪ੍ਰੈਸ਼ਰ ਪੈਂਦਾ? ਨੰਬਰ 2, ਸ਼੍ਰੋਮਣੀ ਕਮੇਟੀ ਵੱਲੋਂ 2-3 ਇਹੋ ਜਿਹੀਆਂ ਕਿਤਾਬਾਂ, ਵਿਵਾਦਿਤ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਦਾ ਅਜੇ ਤੱਕ ਸਾਨੂੰ ਜਵਾਬ ਨਹੀਂ ਦਿੱਤਾ। ਚਿੱਠੀਆਂ ਲਿਖ ਥੱਕ ਗਏ। ਪਹਿਲੀ ਕਿਤਾਬ ਮੈਂ ਦੱਸਦਾ, ਗੁਰਬਿਲਾਸ ਪਾਤਸ਼ਾਹੀ 6ਵੀਂ। ਗੁਰਮੁਖੋ, ਤੁਸੀਂ ਟੀਵੀ ਦੇ ਵਿੱਚ ਦੇਖਿਆ ਅਯੋਧਿਆ ਦਾ ਜਿਹੜੀ ਉੱਥੇ ਮਸਜਿਦ ਸੀਗੀ, ਬਾਬਰੀ ਮਸਜਿਦ ਢਾਹ ਕੇ ਉੱਥੇ ਮੰਦਿਰ ਬਣਦਾ, ਤੁਸੀਂ ਆਪਣੇ ਅੱਖੀ ਦੇਖਿਆ ਨਹੀਂ ਤਾਂ ਸੁਣਿਆ ਜ਼ਰੂਰ ਆ, ਅਖਬਾਰਾਂ ਦੇ ਵਿੱਚ ਖਬਰਾਂ ਚੱਲੀਆਂ ਨੇ, ਜਿਹੜੀ ਬਹੁਤ ਪਿੱਛੇ ਲੰਬੇ ਸਮੇਂ ਤੋਂ ਇਸ ਦੀ ਕੋਸ਼ਿਸ਼ ਚੱਲ ਰਹੀ ਸੀ ਉਸ ਨੂੰ ਉੱਥੇ ਢਾਹ ਕੇ ਮੰਦਿਰ ਬਣਾਉਣ ਵਾਸਤੇ। ਦੇਖੋ, ਇਹ ਗੱਲ ਨਹੀਂ ਹੈਗੀ, ਜੇ ਤਾਂ ਬਾਕੀ ਪਿੰਡ ਵਾਲੇ ਸੱਜਣ ਦੱਸ ਦੋ, ਜੇ ਤਾਂ ਵਿਚਾਰ ਕਰਨੀ ਹੈ। ਬੱਬਰ ਸਿੰਘ ਇੱਧਰ ਮੂੰਹ ਕਰੋ। ਇਸ ਮੁੱਦੇ ਦੇ ਉੱਤੇ ਪੰਥਾ ਜਿਹੜਾ ਪੂਰੇ ਪੰਥ ਦੇ ਜਿਹੜੇ ਗਿਆਨਦਾਨ ਨੇ, ਇੱਧਰ ਘਮਾਓ ਜੀ ਕੈਮਰਾ ਇੱਕ ਮਿੰਟ, ਪੂਰੇ ਪੰਥ ਦੇ ਗਿਆਨਦਾਨ ਨੇ, ਉਹਨਾਂ ਦੇ ਬਹੁਤ ਵਾਰ ਵਿਚਾਰ ਹੋ ਚੁੱਕੀ ਹੈ। ਮੈਂ ਤਾਂ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ। ਸਿੰਘ ਜੀ, ਜਦੋਂ ਗੱਲ ਹੋਈ ਸੀ ਆਪਣੀ, ਇੱਕ ਮਿੰਟ ਅੱਛਾ ਜੀ, ਗੱਲ ਸੁਣ ਲਓ। ਅੰਮ੍ਰਿਤ ਦਾ ਬਾਟਾ, ਬੈਠ ਕੇ ਗੱਲ ਕਰੋ ਯਾਰ। ਅੰਮ੍ਰਿਤ ਦਾ ਬਾਟਾ ਪੰਜਾਂ ਬਾਣੀਆਂ ਤੋਂ ਬਿਨਾਂ ਨਹੀਂ, ਅੰਮ੍ਰਿਤ ਦਾ ਬਾਟਾ ਸਾਡੇ ਕੋਲ ਬਹੁਤ ਵੱਡਾ ਕਰਦਾ ਉਹ ਇਦਾਂ ਨਹੀਂ ਜਿਹੜੇ ਵਿਵਾਦ ਦੀਆਂ ਗੱਲਾਂ ਯਾਰ ਇੱਧਰ ਨੂੰ ਗੱਲ ਕਰੋ, ਮੇਰੇ ਨਾਲ ਅੰਮ੍ਰਿਤ ਦਾ ਬਾਟਾ ਪੰਜਾਂ ਬਾਣੀਆਂ ਤੋਂ ਬਿਨਾਂ ਤਿਆਰ ਨਹੀਂ ਹੁੰਦਾ। ਬੈਠ ਕੇ ਗੱਲ ਕਰੋ, ਬਰਾਬਰ ਗਈ ਹੈ। ਗੱਲ ਇਹ ਆ, ਬੇਨਤੀ ਹੈ ਸਾਡੀ ਵੀ ਜਿਹੜੇ ਦਾ ਹੈਗੇ ਨੇ ਇੰਟਰਨੈਸ਼ਨਲ ਪੱਧਰ ਦੇ ਮੁੱਦੇ, ਉਹ ਨਾ ਤਾਂ ਛਾਪੜ ਦੇ ਗੁਰਦੁਆਰਾ ਸਾਹਿਬ ਕੇ ਹੱਲ ਹੋ ਸਕਦੇ ਨੇ। ਜਿਹੜੇ ਕੋਈ ਗੱਲ ਹੈਗੀ ਵਿਚਾਰ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਾ ਵਿਚਾਰ ਦੇ ਨਾ, ਜੇਕਰ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਜੋ ਪਰੰਪਰਾਵਾਂ ਚੱਲਦੀਆਂ, ਸਾਡੇ ਸਿੱਖੀ ਰਹਿਤ ਦੇ ਅਨੁਸਾਰ ਚੱਲਦੀਆਂ ਜਿਹੜੀਆਂ, ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਰਾਹੀਂ ਚੱਲਦੀਆਂ ਨੇ। ਆਪਾਂ ਸਾਰੇ, ਚਾਹੇ ਕੋਈ ਸ਼੍ਰੋਮਣੀ ਕਮੇਟੀ ਆ, ਚਾਹੇ ਕੋਈ ਹੋਰ ਕੋਈ ਗੁਰੂ ਸਾਹਿਬਾਨ ਆ, ਚਾਹੇ ਆਪਣੇ ਕੋਈ ਗੁਰਦੁਆਰਾ ਸਾਹਿਬਾਨ ਆ, ਚਾਹੇ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬਾਨ ਨੇ, ਚਾਹੇ ਕੋਈ ਆਪਣੇ ਦੁੱਖਨਵਾਲ ਸਾਹਿਬ ਆ ਜਾਂ ਹੁਣ ਫਤਿਹਗੜ੍ਹ ਸਾਹਿਬ ਆ, ਇਹ ਸ਼੍ਰੋਮਣੀ ਕਮੇਟੀ ਦੇ ਅਧੀਨ ਹੋਣੇ ਜਾਂ ਨਾ ਹੋਣੇ ਵੱਖਰੀ ਚੀਜ਼ ਆ, ਪਰੰਤੂ ਗੱਲ ਇਹ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਹੋਣੇ ਲਾਜ਼ਮੀ ਨਹੀਂ। ਸ਼੍ਰੋਮਣੀ ਅਸੀਂ ਇੱਕ ਗੱਲ ਸਪਸ਼ਟ ਕਰਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਆ। ਉੱਥੋਂ ਗਲਤ ਫੈਸਲੇ ਵੀ ਹੁੰਦੇ ਨੇ। ਪਲੀਜ਼ ਕੈਮਰਾ ਔਨ ਕਰੋ। ਤੁਸੀਂ ਇੱਕ ਮਿੰਟ, ਮੇਰੀ ਬੇਨਤੀ ਆ, ਇਹਨਾਂ ਨੂੰ ਗੁੰਮਰਾਹ ਨਾ ਕਰੋ, ਉਹਨਾਂ ਨੂੰ ਨਹੀਂ ਪਤਾ ਮੁੱਦੇ ਬਾਰੇ। ਮੇਰੀ ਇੱਧਰ ਗੱਲ ਕਰੋ, ਮੇਰੀ ਬੇਨਤੀ ਆ। ਮੇਰੀ ਗੱਲ ਸੁਣੋ, ਨੰਬਰ 2 ਦੇ ਵਿੱਚ ਜਿਹੜੀ ਇਹ ਗੱਲ ਕਰ ਰਹੇ ਨੇ, ਤੇ ਨੰਬਰ 2 ਦੇ ਆਪਾਂ ਸਾਰੇ ਹੀ ਜਿੰਨੇ ਬਣੇ ਹੋਏ, ਨੰਬਰ 2 ਦੇ ਵਿੱਚ ਆਪਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਇਦ ਕਰਦੇ ਹਾਂ, ਉਹਨਾਂ ਵੱਲੋਂ ਜੋ ਵੀ ਉੱਥੋਂ ਰਹਿਤ ਮਰਦਾ ਬਣੀ ਆ ਉਹਦੇ ਚੱਲਦੀ ਆ। ਨੰਬਰ 2 ਦੇ ਵਿੱਚ ਜੋ ਦਰਬਾਰ ਸਾਹਿਬ ਦੇ ਵਿੱਚ ਰਹਿਤ ਮਰਦਾ ਚੱਲਦੀ ਆ, ਉਹ ਸੁਣਤੀ ਨਹੀਂ ਚੱਲ ਸਕਦੇ ਆ। ਠੀਕ ਹੈ ਜੀ, ਜਿਵੇਂ ਇਹ ਕਹਿੰਦੇ ਨੇ ਵੀ ਇਹ ਉੱਤਰ ਨਾਟਕ ਦੇ ਵਿੱਚ ਹੈਗਾ, ਹਾਂ ਉਹ ਦੱਸ ਰਹੇ ਨੇ। ਨੰਬਰ 2 ਦੇ ਵਿੱਚ ਤੁਸੀਂ ਹਰ ਰੋਜ਼, ਮੇਰੀ ਗੱਲ ਸੁਣੋ, ਜਿਹੜੀ ਗਲਤ ਆ, ਜਿਹੜੀ ਇੱਕ ਤੇ ਸਾਰੇ ਪੰਜਾਬ ਵਾਲਿਆਂ ਦੇ ਨੇ, ਸਾਰੇ ਗੁਰਦੁਆਰਾ ਸਾਹਿਬ ਵਾਲਿਆਂ ਹੋ ਰਿਹਾ, ਦੂਜੀ ਗੱਲ ਬੇਨਤੀ ਹੋ ਰਿਹਾ, 10ਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਆਪਾਂ ਨੂੰ, ਬਾਟਾ ਤਿਆਰ ਕਿਤੇ ਬਾਟਾ ਤਿਆਰ ਹੁੰਦਾ, ਅੱਜ ਤੋਂ ਨਹੀਂ ਹੁੰਦਾ। ਜਦੋਂ ਭਾਈ ਬੈਠ ਕੇ ਮੈਂ ਵੀ ਸੁਣਾ, ਬੈਠ ਕੇ ਗੱਲ ਕਰੋ, ਰਿਕਾਰਡਿੰਗ ਹੋ ਰਹੀ ਹੈ, ਸਾਡੀ ਗੱਲ ਉੱਪਰ ਤੱਕ ਜਾਊਗੀ, ਕੋਈ ਗੱਲ ਨਹੀਂ, ਸਾਰੇ ਸੁਣਨਗੇ ਬਾਅਦ ਚ। ਉਸ ਤੋਂ ਬਾਅਦ ਇਹ ਚੀਜ਼ਾਂ ਪੰਜਾਬ ਬਾਣੀਆਂ ਦਾ ਜਾਪ ਕਰਨ ਦੇ ਉਪਰੰਤ ਹੀ ਆਪਣਾ ਪੰਜਾਬ ਬਾਣੀ ਜਾਪ ਕਰਨ ਦਾ ਬਾਟਾ ਤਿਆਰ ਹੁੰਦਾ, ਜਿਹਦੇ ਵਿੱਚ ਜਪਜੀ ਸਾਹਿਬ, 10ਵੇਂ ਪਾਤਸ਼ਾਹ ਦੇ 3 ਬਾਣੀਆਂ ਨੇ, ਉਹਦੇ ਵਿੱਚ ਜਾਪ ਸਾਹਿਬ, ਉਹਦਾ ਸੋਈਏ ਨੇ, ਚੌਪਈ ਸਾਹਿਬ, ਤੀਜੇ ਪਾਤਸ਼ਾਹ ਜੀ ਨੰਦ ਸਾਹਿਬ, ਤੇ ਪੰਜੇ ਬਾਣੇ ਜਾਪ ਕਰਨ ਉਪਰੰਤ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ, ਬਾਟਾ ਤਿਆਰ ਹੁੰਦਾ। ਠੀਕ ਆ, ਜਿਹੜੇ 5 ਪਿਆਰੇ ਸਾਹਿਬਾਨ ਨੇ, 10ਵੇਂ ਪਾਤਸ਼ਾਹ ਦਾ ਫਰਮਾਨ ਆ ਵੀ ਜਿਸਨੇ ਮੇਰੇ ਦਰਸ਼ਨ ਕਰਨੇ ਹੋਣ ਤਾਂ 5 ਪਿਆਰਿਆਂ ਦਰਸ਼ਨ ਕਰ ਸਕਦਾ।
ਠੀਕ ਹੈ ਜੀ, ਇਹ ਆਪਾਂ ਸਾਰਿਆਂ ਨੂੰ ਆਮ ਪਰੰਪਰਾ ਬਣਿਆ ਇਹ ਅੰਮ੍ਰਿਤ ਬਾਟੇ ਦਾ ਇੱਥੇ ਰੌਲਾ ਨਹੀਂ ਹੈਗਾ ਬੇਟਾ ਸੋਨਾ ਬੋਲਣ ਦੋ ਇਹਨਾਂ ਨੂੰ ਗੁੰਮਰਾਹ ਨਾ ਕੀਤਾ ਤੁਸੀਂ ਕਰ ਰਹੇ ਹੋ ਨਹੀਂ ਅੰਮ੍ਰਿਤ ਦੇ ਬਾਟੇ ਦਾ ਇੱਥੇ ਕੋਈ ਰੌਲਾ ਨਹੀਂ ਹੈਗਾ। ਦਲੀਲ ਨਾਲ ਗੱਲ ਕਰੋ ਬੈਠ ਕੇ, ਜੇ ਦਲੀਲ ਹੈਗੀ ਤਾਂ ਦਲੀਲ ਦਿਓ, ਸਵਾਲਾਂ ਦੇ ਜਵਾਬ ਦਿਓ। ਇੱਕ ਮਿੰਟ ਜੀ ਉਹਨੂੰ ਨਾ ਜਾਓ ਜੀ। ਇੱਕ ਮਿੰਟ ਉਹ ਜਿਹੜਾ ਮੁੱਦਾ ਇੰਟਰਨੈਸ਼ਨਲ ਮੁੱਦਾ ਹੈ, ਜਿਹੜਾ ਪਿੰਡ ਦਾ ਮੁੱਦਾ ਉੱਥੇ ਆਉਂਦਾ। ਅਸੀਂ ਨੈਸ਼ਨਲ ਤੋਂ ਬਾਹਰ ਹਾਂ। ਸਵਾਲਾਂ ਦੇ ਜਵਾਬ ਦਿੱਤੇ ਜਾਣ। ਮੈਂ ਕਾਫੀ ਬੇਨਤੀ ਕਰੀ ਸੀ ਕਿ ਸੈਕਟਰ ਸਾਹਿਬ ਨੂੰ ਉਹਨਾਂ ਨੂੰ ਬੁਲਾ ਲਓ, ਪੁਲਿਸ ਨੂੰ ਬੁਲਾਓ ਇੱਥੇ। ਸਰਪੰਚ ਸਾਹਿਬ ਦੇਖੋ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਕੋਈ ਜਾਓ। ਕੋਈ ਜਵਾਬ ਨਹੀਂ ਇਹਦਾ ਯਾਰ ਪਰਸਨ ਤੁਸੀਂ ਤੁਹਾਡਾ ਜਵਾਬ ਪਰਸਨ ਦਿੱਤਾ ਲੈਣਾ, ਮੈਨੂੰ ਦੱਸੋ। ਤੁਸੀਂ ਜਵਾਬ ਦਿੱਤਾ ਤੁਸੀਂ ਤੁਹਾਨੂੰ ਮੈਂ ਇੱਕ ਗੱਲ ਪੁੱਛੀ ਆ। ਮੈਂ- ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਬੰਦ ਹਾਂ। ਸਵਾਲਾਂ ਦੇ ਜਵਾਬ ਦੇ ਦਿਓ, ਚਾਹੇ ਸ਼ਾਮ ਤੱਕ ਵਿਚਾਰ ਚੱਲੇ। ਸਵਾਲ ਰੱਖੋ, ਜਵਾਬ ਦਿਓ। ਮੈਂ ਜਵਾਬ ਦਿੰਦਾ ਕਿ ਅਸੀਂ ਚੌਪਈ ਨੂੰ ਕੁਰਬਾਨੀ ਨਹੀਂ ਮੰਨਦੇ। ਉਹੀ ਪਿਆਰ ਨਾਲ ਦੇਖੋ ਮੈਂ ਬੋਲ ਰਿਹਾ, ਮੈਨੂੰ ਆਪ ਖੜੇ ਹੋ ਕੇ ਭੱਜੀ ਜਾਂਦੇ ਹੋ। ਮੈਂ ਬੈਠਾ ਗੱਲ ਕਰ ਰਿਹਾ। ਮੈਨੂੰ ਦੱਸੋ ਇੱਕ ਮਿੰਟ ਮੇਰੀ ਗੱਲ, ਮੈਂ ਤੁਹਾਡੇ ਸਵਾਲ ਕਰੂੰਗਾ। ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਗੱਲ ਤਾਂ ਅਸੀਂ ਇਹ ਕਰਦੇ ਨੇ ਉਹ ਤਾਂ ਇਹਨਾਂ ਨੂੰ ਰਾਈਟ ਹੈ, ਜਿਹੜੀ ਮੈਂ ਕਰਾਂ ਵੀ ਇਹ ਇਹਨਾਂ ਨਾਲ ਗੱਲ ਕਰ ਦੂੰ, ਇਹ ਇੰਟਰਨੈਸ਼ਨਲ ਮੁੱਦਾ ਹੈ। ਇਹਨਾਂ ਵਾਲਾ ਮੁੱਦਾ ਇੰਟਰਨੈਸ਼ਨਲ ਨਹੀਂ ਹੈਗਾ। ਇੱਕ ਮਿੰਟ ਬਸ ਹਾਂਜੀ ਤੇਰੇ 5-7 ਮਿੰਟ ਦਾ ਕੰਮ ਰਹਿ ਗਿਆ, ਇਹਨਾਂ ਨੂੰ ਕਰ ਲਓ। ਠੀਕ ਹੈ, ਜਿਹੜਾ ਕਲੀਅਰ ਹੈ ਇਹਨਾਂ ਦੀ ਗੱਲ ਪੂਰੀ ਕਰ ਦਿਓ। ਇਹ ਤੋਂ ਬਾਅਦ ਤੁਸੀਂ ਕਰ ਲਓ। ਠੀਕ ਹੈ, ਮੈਂ ਹੁਣ ਤਾਂ ਫਾਈਨਲ ਹੋ ਗਈ ਸੀ ਗੱਲ। ਸਰਪੰਚ ਸਾਹਿਬ ਵਿੱਚ ਕਾਲੀ ਨਾ ਕਰੋ। ਇਹਨੂੰ ਬੱਬਰ ਸਿੰਘ ਨੂੰ ਪਹਿਲਾਂ ਬੋਲਣ ਦਿਓ। ਇਹ ਬੋਲਣਾ ਕਾਹਦੇ ਵਾਸਤੇ ਹੈ? ਕੋਈ ਨਹੀਂ, ਇੱਕ ਮਿੰਟ, ਇਹਦਾ ਰਾਈਟ ਬਣਦਾ ਹੈ, ਬਾਅਦ ਤੁਹਾਡਾ ਵੀ ਰਾਈਟ ਬਣਦਾ ਹੈ। ਦੇਖੋ ਗੱਲ ਤੁਸੀਂ ਆਪਣੀ ਜਿਹੜੇ ਦੱਸੋ। ਬਸ ਠੀਕ ਹੈ, ਜੋ ਫਾਈਨਲ ਹੋ ਗਿਆ। ਇਹਨਾਂ ਨੂੰ ਪੁੱਛੇ ਤੋਂ ਕੀ ਗੱਲ ਹੋ ਗੱਲ ਕਰੀ ਸੀ ਤੁਸੀਂ ਫਰਮਾਨ ਸੁਣਾ ਦਿਓ ਮੰਨਦੇ ਇਹ ਪਲੀਜ਼ ਕਿਰਪਾ ਕਰਕੇ ਪਹਿਲਾਂ ਆਪਣੀਆਂ ਮਾਵਾਂ ਧੀਆਂ ਨੂੰ ਸੁਣਾਉਣ ਉਹ ਗੁਰਬਾਣੀ, ਫਿਰ ਸਾਡੇ ਨਾਲ ਗੱਲ ਕਰਨ ਆ ਕੇ ਕਿ ਇਹ ਗੁਰਬਾਣੀ ਆ। ਆਪਣੇ ਪਰਿਵਾਰ ਨੂੰ ਸੁਣਾਉਣ, ਆਪਣੇ ਬੱਚਿਆਂ ਨੂੰ ਸੁਣਾਉਣ, ਬੱਚਿਆਂ 'ਚ ਬੈਠ ਕੇ ਉਸ ਚੀਜ਼ ਦਾ ਪ੍ਰਚਾਰ ਕਰਨਾ। ਫਿਰ ਦੇਖਾਂਗੇ ਕਿੰਨੇ ਕੁ ਪਾਣੀ 'ਚ ਨੇ। ਮੈਨੂੰ ਕੀ ਲੱਗਦਾ ਵੀ ਹਰੇਕ ਪਿੰਡ ਦੇ ਗੁਰਦੁਆਰੇ ਵਿੱਚ ਚੌਪਾਈ ਸਾਹਿਬ ਪੜ੍ਹਨਾ ਵਰਜਿਤ ਹੈ ਜੀ। ਅਸੀਂ ਉਹਨੂੰ ਗੁਰਬਾਣੀ ਨਹੀਂ ਮੰਨਦੇ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਅਨੁਸਾਰ ਹੀ ਚੱਲਦੇ ਹਾਂ। ਵੀ ਮੇਰੇ ਮੁਤਾਬਕ ਵੀ ਜਿਹੜਾ ਗੁਰਦੁਆਰਾ ਸਾਹਿਬ ਹੈ, ਜਿਹੜੇ ਐਸਜੀਪੀਸੀ ਦੇ ਨਹੀਂ ਹੈਗੇ, ਜਿਹੜੇ ਇੰਡੀਪੈਂਡੈਂਟ ਪ੍ਰਬੰਧਕ ਕਮੇਟੀਆਂ ਦੇ ਅੰਦਰ ਨੇ, ਵੀ ਤੁਸੀਂ ਮੰਨਦੇ ਹੋ ਕਿ ਜਿਹੜੀ ਚੌਪਾਈ ਸਾਹਿਬ ਪੜ੍ਹਨੀ ਵਰਜਿਤ ਹੋਣੀ ਚਾਹੀਦੀ ਹੈ? ਬਿਲਕੁਲ ਜੀ, ਉਹ ਇਹ ਜ਼ਿੰਮੇਵਾਰੀ ਅਕਾਲ ਤਖਤ ਦੇ ਜਥੇਦਾਰ ਦੀ ਬਣਦੀ ਹੈ ਕਿ ਜਿਹੜੀ ਚੀਜ਼ ਨੂੰ ਉਹ ਆਪ ਰੱਦ ਕਰ ਚੁੱਕੇ ਨੇ ਉਹ ਕਿਉਂ ਨਹੀਂ ਗੁਟਕਿਆਂ ਦੇ ਵਿੱਚੋਂ ਹਟਾਈ ਜਾਂਦੀ। ਫਿਰ ਨਹੀਂ, ਤੁਸੀਂ ਪ੍ਰਬੰਧਕ ਹੋਣ ਦੇ ਨਾਤੇ ਬੀਂਗ ਮਤਲਬ ਇੱਕ ਆਪਾਂ ਕਹਿੰਦੇ ਸਿੱਖ ਪੰਥ ਨਾਲ ਜੁੜੇ ਹੋਣ ਦੇ ਨਾਤੇ ਤੁਸੀਂ ਕੀ ਮੰਨਦੇ ਹੋ ਵੀ ਐਸਜੀਪੀਸੀ ਨੂੰ ਵੇਟ ਹੋਣੀ ਚਾਹੀਦੀ ਹੈ ਚੀਜ਼? ਬਿਲਕੁਲ ਜੀ, ਬਿਲਕੁਲ ਉਹਨਾਂ ਨੂੰ ਹਟਾਉਣੀ ਚਾਹੀਦੀ ਹੈ, ਫੈਸਲੇ ਲੈਣੇ ਚਾਹੀਦੇ ਨੇ। ਬੜੇ ਬੜੇ ਵਿਦਵਾਨ ਉਹਨਾਂ ਨੂੰ ਚਿੱਠੀਆਂ ਲਿਖਦੇ ਨੇ, ਉਹਨਾਂ ਨਾਲ ਬੈਠ ਕੇ ਸਾਂਝ ਕਰਨ ਨੂੰ। ਮੈਂ ਤੁਹਾਡੇ ਸਾਹਮਣੇ ਇੱਕ ਹੋਰ ਮੁੱਦਾ ਲਿਆਉਣਾ ਚਾਹੁੰਦਾ। 2017 8 ਮਾਰਚ ਨੂੰ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਕੇ ਕੁਝ ਵਿਦਵਾਨਾਂ ਨੇ ਰੱਖਿਆ ਕਿ ਇਹ ਜਿਹੜਾ ਪੰਥ ਦੇ ਵਿੱਚ ਰੌਲਾ ਹੈ, ਵਿਵਾਦਿਤ ਮਸਲੇ ਨੇ, ਵੀ ਇਹਨੂੰ ਹੱਲ ਕਰਿਆ ਜਾਵੇ। ਜਰਮਨ ਫਰੈਂਕਫਰਟ ਦੇ ਵਿੱਚ ਇੱਕ ਡਿਬੇਟ ਰੱਖੀ ਗਈ। ਇਹਨਾਂ ਨਾਲ ਗੱਲ ਕਰਕੇ ਉੱਥੇ ਵਿਦਵਾਨ ਭੇਜੇ ਗਏ ਕਿ ਤੁਸੀਂ ਜਾ ਕੇ ਇਸ ਮੁੱਦੇ ਦੇ ਉੱਤੇ ਉੱਥੇ ਗੱਲਬਾਤ ਕਰੋ ਜਰਮਨ ਦੇ ਵਿੱਚ, ਫਰੈਂਕਫਰਟ ਦੇ ਵਿੱਚ। ਇਹਨਾਂ ਦੇ ਇੰਦਰਜੀਤ ਸਿੰਘ ਗੋਗਵਾਣੀ ਹੋਰ 3-4 ਜਿਹੜੇ ਵਿਦਵਾਨ ਸੀਗੇ ਬੰਦੇ, ਜਿਹੜੇ ਬਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦੇ ਨੇ, ਉਹਨਾਂ ਨੂੰ ਉੱਥੇ ਬੁਲਾਇਆ ਗਿਆ। ਦੂਸਰੀ ਤਰਫੋਂ ਵੀ ਉੱਥੇ ਵਿਦਵਾਨ ਪਹੁੰਚੇ, ਉੱਥੇ ਹਫ਼ਤਾ ਰੋਟੀਆਂ ਖਾਂਦੇ ਰਹੇ, ਜਰਮਨ ਦੀਆਂ ਸੋਹਣੀਆਂ ਪਹਾੜੀਆਂ ਦਾ ਆਨੰਦ ਮਾਣਿਆ ਉੱਥੇ ਬੈਠ ਕੇ। ਜਿੱਦਣ ਉੱਥੇ ਵਿਚਾਰ ਹੋਣੀ ਸੀ, ਅੰਦਰੋਂ ਵੜ ਕੇ ਕੁੰਡੀ ਲਾ ਲਈ, ਕਹਿੰਦੇ ਅਸੀਂ ਤਾਂ ਜੀ ਵਿਚਾਰ ਨਹੀਂ ਕਰਨੀ ਹੈਗੀ। ਜੇ ਇਹਨਾਂ ਵਿਵਾਦਿਤ ਮਸਲਿਆਂ ਤੇ ਇਹਨਾਂ ਨੇ ਵਿਚਾਰ ਨਹੀਂ ਕਰਨੀ ਹੈਗੀ, ਫਿਰ ਇਹਨਾਂ ਦੇ ਵਿਆਖਿਆ ਕਾਹਤੇ ਹੁੰਦੀ ਹੈ ਗੁਰਦੁਆਰਿਆਂ ਦੇ ਉੱਤੋਂ? ਮੇਰੀ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਹੈ ਵੀ ਜੇ ਇਹ ਸਿੱਖ ਰਹਿਤ ਮਰਿਆਦਾ
ਕੀ ਦਰਬਾਰ ਸਾਹਿਬ ਲਾਗੂ ਹੈਗੀ ਹੈ ਜਿਹੜੀ ਸਾਡੇ ਤੋਂ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਉਹ ਦਿੱਲੀ ਗੁਰਦੁਆਰਾ ਸਾਹਿਬ ਮਤਲਬ ਲਾਗੂ ਹੈਗੀ ਜਿਹੜੀ ਸਾਡੇ ਤੋਂ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਦਰਬਾਰ ਸਾਹਿਬ ਹੀ ਉਹ ਲਾਗੂ ਨਹੀਂ ਹੈਗੀ ਜਿਹੜੀ ਸਿੱਖ ਰਹਿਤ ਮਰਿਆਦਾ ਸਾਡੇ ਤੋਂ ਥੋਪਦੇ ਨੇ। ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ, ਸਭ ਤੋਂ ਪਹਿਲਾਂ ਤਾਂ ਜੇ ਅਕਾਲ ਤਖਤ ਦਾ ਜਥੇਦਾਰ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਖਾਰਜ ਕਰੇ, ਉੱਥੇ ਸਿੱਖ ਰਹਿਤ ਮਰਿਆਦਾ ਲਾਗੂ ਨਹੀਂ ਹੈਗੀ। ਉੱਥੇ ਕਾਹਤੇ ਨਹੀਂ ਬੋਲਦੇ ਹੈਗੇ ਬਈ ਈਵਨ ਇਹਨਾਂ ਦੇ 2 ਤਖਤ ਵੀ ਮਰਿਆਦਾ ਨੂੰ ਨਹੀਂ ਮੰਨਦੇ। ਹਜੂਰ ਸਾਹਿਬ ਜਿਹੜੀ ਇਹ ਅਤ ਅਸ਼ਲੀਲ ਰਚਨਾਵਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤੀਆਂ ਜਾਂਦੀਆਂ ਨੇ। ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਦੂਸਰਾ ਗ੍ਰੰਥ ਪ੍ਰਕਾਸ਼ ਨਹੀਂ ਹੋ ਸਕਦਾ। ਉਹਨਾਂ ਨੂੰ ਕਿਉਂ ਨਹੀਂ ਬਈ ਤੁਸੀਂ ਤਲਬ ਕਰਦੇ? ਉਹ ਤਾਂ ਇਹਨਾਂ ਦੇ ਫੈਸਲਿਆਂ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਬਹਿੰਦੇ ਨੇ, ਇਹਨਾਂ ਦੇ ਨਾਲ ਪੰਥਕ ਫੈਸਲੇ ਕਰਦੇ ਨੇ ਆ ਕੇ ਜਿਹੜੇ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ। ਮੈਂ ਬੇਨਤੀ ਕਰਾਂ 2090 ਦੇ ਦਹਾਕੇ ਤੱਕ ਉਹਨਾਂ ਨੂੰ ਮਸਲਿਆਂ ਦੇ ਵਿੱਚ ਨਹੀਂ ਸੀ ਬਿਠਾਇਆ ਜਾਂਦਾ, ਨਾ ਹਜੂਰ ਸਾਹਿਬ ਵਾਲੇ ਨੂੰ ਨਾ ਪਟਨਾ ਸਾਹਿਬ ਵਾਲੇ ਨੂੰ, ਕਿਉਂਕਿ ਉਹ ਰਹਿਤ ਮਰਿਆਦਾ ਨਹੀਂ ਮੰਨਦੇ। ਜਦੋਂ ਇਹ ਸਿੱਖਾਂ ਦੇ ਵਿੱਚ ਇਹ ਲਹਿਰ ਚੱਲੀ, ਖਾੜਕੂਵਾਦ ਲਹਿਰ ਚੱਲਦੀ ਸੀ, ਉਹਨਾਂ ਨੂੰ ਫੇਰ ਨਾਲ ਬਿਠਾਉਣਾ ਸ਼ੁਰੂ ਕਰ ਲਿਆ। ਕੀ ਹੁਣ ਉਹ ਰਹਿਤ ਮਰਿਆਦਾ ਨੂੰ ਮੰਨਣ ਲੱਗ ਗਏ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਵਾਲੇ? ਉਹ ਤਾਂ ਬੱਕਰੇ ਵੱਢ ਕੇ ਉੱਥੇ ਤਿਲਕ ਲਾਏ ਜਾਂਦੇ ਨੇ ਅੰਦਰ। ਕੀ ਇਹ ਰਹਿਤ ਮਰਿਆਦਾ 'ਚ ਲਿਖੀਆਂ ਨੇ ਗੱਲਾਂ? ਅਕਾਲ ਤਖਤ ਦਾ ਜਥੇਦਾਰ ਕੀ ਇਹਨਾਂ ਚੀਜ਼ਾਂ ਦੇ ਜਵਾਬ ਦਊਗਾ? ਜਦੋਂ ਵਿਦਵਾਨ ਉਹਨਾਂ ਨੂੰ ਚਿੱਠੀਆਂ ਲਿਖਦੇ ਨੇ ਉਹਦਾ ਤਾਂ ਮੂੰਹ ਬੰਦ ਕਰ ਲੈਂਦੇ ਨੇ। ਜਦੋਂ ਕੋਈ ਇਹਨਾਂ ਦਾ ਚਹੇਤਾ ਉੱਤੇ ਪੋਲੀਟੀਕਲ ਪ੍ਰੈਸ਼ਰ ਬਣਾਉਣ ਵਾਸਤੇ, ਪੋਲੀਟੀਕਲ ਦੀ ਉਹਦੀ ਵਰਤੋਂ ਕਰਨ ਵਾਸਤੇ, ਰਾਜਨੀਤੀ ਦੀ ਵਰਤੋਂ ਕਰਕੇ ਉਹਨਾਂ ਦੇ ਮੂੰਹ ਬੰਦ ਕਰਨ ਵਾਸਤੇ ਇਹਨੂੰ ਛੇਕ ਦਿਓ ਜੀ, ਇਹਨੂੰ ਪ੍ਰਧਾਨਗੀ ਤੋਂ ਖਾਰਜ ਕਰ ਦਿਓ ਜੀ, ਉਹਨਾਂ ਦੇ ਮੂੰਹ ਬੰਦ ਕਦੋਂ ਤੱਕ ਇਹ ਚੱਲਦਾ ਰਹੂਗਾ? ਜਦੋਂ ਇਹ ਮਾਮਲਾ ਐਸਜੀਪੀਸੀ ਦੇ ਕੋਲ ਸ਼੍ਰੀ ਅਕਾਲ ਤਖਤ ਸਾਹਿਬ ਗਿਆ, ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਉਹਨਾਂ ਦਾ ਕੀ ਰਿਐਕਸ਼ਨ ਹੈ ਜੀ? ਉਹਨਾਂ ਦਾ ਰਿਐਕਸ਼ਨ ਇਹੀ ਹੈ ਜੀ, ਜਿਹੜੇ ਇਹਨਾਂ ਦੇ ਸਪੋਰਟਰ ਨੇ ਉਹਨਾਂ ਦੀ ਸਪੋਰਟ ਕੀਤੀ ਜਾਵੇ, ਦੂਆਂ ਦਾ ਮੂੰਹ ਬੰਦ ਕੀਤਾ ਜਾਵੇ, ਜਿਹੜੇ ਸੱਚ ਬੋਲਣ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਨੂੰ ਚੈਲੰਜ ਕਰਨ ਵਾਸਤੇ ਏਜੰਸੀਆਂ ਜਿਹੜੀਆਂ ਨੇ ਇਹ ਬਕਾਇਦਾ ਉਹਨਾਂ ਦਾ ਸਾਥ ਦੇ ਰਹੇ ਨੇ। ਗੁਰੂ ਗ੍ਰੰਥ ਸਾਹਿਬ ਨੂੰ ਪਾਸੇ ਕਰਨ ਵਾਸਤੇ, ਗੁਰੂ ਗ੍ਰੰਥ ਸਾਹਿਬ ਨੂੰ ਨੀਚਾ ਦਿਖਾਉਣ ਵਾਸਤੇ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਘੜੀਆਂ ਜਾਂਦੀਆਂ ਨੇ, ਸਾਜ਼ਿਸ਼ਾਂ ਘੜੀਆਂ ਜਾਂਦੀਆਂ ਨੇ। ਇਹ ਸ੍ਰੀ ਅਕਾਲ ਤਖਤ ਸਾਹਿਬ ਦੇ, ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ, ਪਰ ਜਿਹੜਾ ਉੱਥੇ ਬੈਠਾ ਹੈ ਉਹ ਵੀ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ। ਅਕਾਲ ਤਖਤ ਕਿਸੇ ਅਲੱਗ ਨਹੀਂ ਸੰਸਥਾ, ਉਹ ਵੀ ਗੁਰੂ ਦੇ ਅਧੀਨ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਅਧੀਨ ਆਉਂਦੀ ਹੈ। ਉੱਥੇ ਤੁਸੀਂ ਦੇਖੋ ਅਕਾਲ ਤਖਤ ਤੇ ਤਾਂ ਬੋਲੇ ਸੋ ਨਿਹਾਲ ਜਕਾਰਾ ਲਾਇਆ ਜਾਂਦਾ, ਦਰਬਾਰ ਸਾਹਿਬ ਲਾਇਆ ਨਹੀਂ ਜਾਂਦਾ। ਇਹਨਾਂ ਨੂੰ ਕੌਣ ਰੋਕਦਾ? ਜਿਹੜੀਆਂ ਵਿਵਾਦਕ ਕਿਤਾਬਾਂ ਇਹਨਾਂ ਨੇ ਰਿਲੀਜ਼ ਕੀਤੀਆਂ, ਗੁਰੂ ਬਿਲਾਸ ਪਾਤਸ਼ਾਹੀ 6ਵੀਂ ਪਹਿਲਾਂ ਬੈਨ ਸੀ, ਜਥੇਦਾਰ ਜੋਗਿੰਦਰ ਸਿੰਘ ਬੇਦੰਤੀ ਨੇ ਉਹ ਦੁਬਾਰਾ ਰਿਲੀਜ਼ ਕਰਤੀ। ਇਹ ਕੌਮ ਨੂੰ ਦੱਸਣ ਕਿ ਕਿਹਦੇ ਪ੍ਰੈਸ਼ਰ ਥੱਲੇ ਉਹਨਾਂ ਨੇ ਦੁਬਾਰਾ ਰਿਲੀਜ਼ ਕੀਤੀ। ਉਹ ਕਿਤਾਬ ਦੇ ਵਿੱਚ ਉਹ ਬੀਜ ਨੇ ਜਿਹੜੇ ਸਿੱਖਾਂ ਦੀ ਹਸਤੀ ਨੂੰ ਮਿਟਾਉਣ ਦਾ ਉਹ ਰੱਖਦੇ ਨੇ। ਜੇ ਚੌਪਾਈ ਸਾਹਿਬ ਦੀ ਗੱਲ ਤੁਸੀਂ ਕੀਤੀ, ਇੱਕ ਮਿੰਟ ਮੈਂ ਬੇਨਤੀ ਕਰਦਾ, ਜਦੋਂ ਬਾਬਰੀ ਮਸਜਿਦ ਢਾਹ ਕੇ ਉੱਥੇ ਮੰਦਿਰ ਉਸਾਰਿਆ ਗਿਆ, ਉਹ ਤੋਂ ਤੁਰੰਤ ਬਾਅਦ ਬਿਆਨ ਆ ਗਏ ਅਖਬਾਰਾਂ ਦੇ ਵਿੱਚ ਕਿ ਜਿਹੜਾ ਦਰਬਾਰ ਸਾਹਿਬ ਹੈ ਉਹ ਵਿਸ਼ਨੂੰ ਦਾ ਮੰਦਿਰ ਹੈ, ਸਿੱਖਾਂ ਦਾ ਮੰਦਿਰ ਨਹੀਂ ਹੈਗਾ। ਉਸ ਚੀਜ਼ ਨੂੰ ਸਿੱਧ ਕਰਨ ਵਾਸਤੇ ਇਹਨਾਂ ਕਿਤਾਬਾਂ ਦੇ ਵਿੱਚ ਬੀਜ ਬੀਜੇ ਗਏ ਨੇ। ਇਹਨਾਂ ਚੀਜ਼ਾਂ ਦੀ ਰੈਫਰੈਂਸ ਦਿੱਤੀ ਜਾਂਦੀ ਹੈ ਕਿ ਦੇਖੋ ਤੁਹਾਡੇ ਗੁਰੂਆਂ ਨੇ ਲਿਖਿਆ ਕਿ ਵਿਸ਼ਨੂੰ ਦਾ ਮੰਦਿਰ ਹੈ। ਉਦੋਂ ਇਹ ਕਿਹੜੇ ਮੂੰਹ ਨਾਲ ਲੜਨਗੇ? ਸਿੱਖ ਇਤਿਹਾਸ ਇਹਨਾਂ ਨੇ ਲਿਖਿਆ। ਜਦੋਂ ਇਹਨਾਂ ਦੇ ਉੱਤੇ ਪਰਚੇ ਦਰਜ ਹੋਏ ਜੁਡੀਸ਼ੀਅਲ ਗੁਰਦੁਆਰਾ ਕੋਰਟ ਦੇ ਵਿੱਚ, ਉਦੋਂ ਇਹਨਾਂ ਨੇ ਉਹ ਕਿਤਾਬਾਂ ਵਾਪਸ ਲੈ ਲਈਆਂ। ਠੀਕ ਆ, ਅਸੀਂ ਇਹਨਾਂ ਨੂੰ ਵਾਪਸ ਲੈਂਦੇ ਆ। ਇਹ ਕੌਮ ਨੂੰ ਸਪਸ਼ਟ ਕਰਨ ਕਿ ਇਹ ਕਿਤਾਬਾਂ ਕਿਹਨਾਂ ਦੇ ਪ੍ਰੈਸ਼ਰ ਥੱਲੇ ਲਿਖਾਈਆਂ ਜਾਂਦੀਆਂ ਨੇ। ਇਹ ਵਿਵਾਦਿਤ ਕਿਤਾਬਾਂ ਕਿਉਂ, ਜਿਹੜੀ ਚੀਜ਼ ਦਾ ਸੰਗਤ ਵਿਰੋਧ ਕਰਦੀ ਆ, ਕਿਉਂ ਨਹੀਂ ਉਸ ਚੀਜ਼ ਨੂੰ ਮੰਨਿਆ ਜਾਂਦਾ? ਕਿਉਂ ਨਹੀਂ ਉਸ ਦੇ ਉੱਤੇ ਕਾਰਵਾਈ ਕੀਤੀ ਜਾਂਦੀ? ਉਦੋਂ ਤਾਂ ਮੂੰਹ ਚੁੱਪ ਕਰਕੇ ਬਹਿ ਜਾਂਦੇ ਨੇ। ਜਦੋਂ ਕੋਈ ਇਦਾਂ ਦਾ ਮਸਲਾ ਹੁੰਦਾ ਉਦੋਂ ਫਟਾਫਟ ਐਕਟਿਵ ਹੋ ਜਾਂਦੇ ਨੇ ਸਾਰੇ, ਖਾਰਜ ਕਰ ਦਿਓ ਜੀ ਪ੍ਰਧਾਨਗੀ ਤੋਂ। ਸਾਡੇ ਪਿੰਡ ਦਾ ਮਸਲਾ ਹੈ, ਮੈਂ ਕੋਈ ਜਿੱਦ ਨਹੀਂ ਹੈਗਾ ਪ੍ਰਧਾਨ ਰਹਿਣ ਵਾਸਤੇ, ਜਿਸ ਤਰ੍ਹਾਂ ਸਾਰੀ ਸੰਗਤ ਨੂੰ ਮਨਜ਼ੂਰ ਹੋਊਗਾ। ਇਹਨਾਂ ਦਾ ਮਸਲਾ ਹੈ, ਇੱਥੇ ਵੀ ਕਮੇਟੀ ਵਾਲੇ ਆਏ ਸੀ, ਸਰਦਾਰ ਅਜੀਤ ਸਿੰਘ ਦੀ ਅਗਵਾਈ ਵਿੱਚ ਜਥੇਦਾਰ ਬਣ ਕੇ ਆਏ ਸੀ। ਉਹ ਉਦੋਂ ਵੀ ਰੱਖਿਆ ਗਿਆ ਸੀ ਮਸਲਾ ਇਹ ਕਿ ਵੀ ਕਮੇਟੀ ਦੀ ਚੋਣ ਦੁਬਾਰਾ ਕਰ ਲਓ। ਉਦੋਂ ਕਦ ਨਹੀਂ ਫਿਰ ਚੋਣ ਕਰਨਾ ਇਹ ਦੁਬਾਰਾ? ਜਾ ਕੇ ਉੱਥੇ ਬਾਹਰ ਬਹਿ ਗਏ। ਤੁਹਾਨੂੰ ਕੀ ਲੱਗਦਾ? ਤੁਰੰਤ ਜਾ ਕੇ ਉੱਥੇ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਹੈ। ਕੱਲ ਫੇਰ ਉੱਥੇ ਪੁਲਿਸ ਨੂੰ ਫੋਨ ਕਰ ਦਿੱਤਾ ਕਿ ਹੁਣ ਪੁਲਿਸ ਸਾਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨ ਤੋਂ ਵੀ ਹਟਾਊਗੀ। ਦੱਸੋ, ਇਹ ਸਵਾਲ ਹੈ ਸਾਡਾ। ਜਦੋਂ ਸ਼ਿਕਾਇਤਕਰਤਾ ਇੱਥੇ ਆਏ ਸੀਗੇ, ਤੁਹਾਨੂੰ ਕੀ ਲੱਗਦਾ ਵੀ ਜਦੋਂ ਉਹਨਾਂ ਨੇ ਇੱਕ ਸਵਾਲ ਪੁੱਛਿਆ ਸੀਗਾ ਵੀ ਚੌਪਾਈ ਸਾਹਿਬ ਇੱਥੇ ਹੀ ਕਿਉਂ ਬੈਨ ਕੀਤਾ ਜਾਵੇ, ਹੋਰ ਪਾਸੇ ਜਦੋਂ ਨਹੀਂ ਹੈਗਾ, ਇਸ ਦਾ ਤੁਹਾਡਾ ਕੀ ਜਵਾਬ ਹੈ? ਇਹ ਫਰਜ਼ ਅਕਾਲ ਤਖਤ ਦਾ ਬਣਦਾ ਜੀ। ਜਦੋਂ ਉਹਨਾਂ ਨੇ ਉਹ ਆਪਣੀ ਦੋਗਲੀ ਨੀਤੀ ਕਿਉਂ ਚੱਲਦੇ ਨੇ? ਫਿਰ ਜਿਹੜੀ ਮੈਂ ਗੱਲ ਦਾ ਜਵਾਬ ਮੰਗਿਆ ਕਿ ਜਿਹੜੀ ਉਹਨਾਂ ਨੇ ਚਿੱਠੀ ਕੱਢੀ ਹੈ ਕਿ ਚਰਿਤਰੋਪਖਿਆਨ ਬਾਣੀ ਨਹੀਂ ਹੈ, ਚੌਪਾਈ ਚਰਿਤਰੋਪਖਿਆਨ ਦਾ ਹੀ ਹਿੱਸਾ ਹੈ, ਉਹ ਸਪਸ਼ਟ ਕਰਨ ਨਾ, ਮੈਂ ਥੋੜੀ ਸਪਸ਼ਟ ਕਰਨਾ। ਇੱਥੇ ਗੱਲ ਇਹ ਵੀ ਉੱਠੀ ਆ ਵੀ 5 ਬਾਣੀਆਂ ਵਿੱਚੋਂ ਸਿਰਫ 2 ਬਾਣੀਆਂ ਸਵੇਰੇ ਪੜੀਆਂ ਜਾਂਦੀਆਂ ਨੇ, ਉਹ ਕਿਉਂ ਪੜੀਆਂ ਜਾਂਦੀਆਂ? ਅਸਲ ਵਿੱਚ ਇਹ ਸਪਸ਼ਟ ਹੀ ਨਹੀਂ ਹੈਗਾ ਸਵਾਲ ਪੁੱਛਣ ਵਾਲਿਆਂ ਨੂੰ। ਰਹਿਤ ਮਰਿਆਦਾ ਦੇ ਵਿੱਚ ਲਿਖੋ ਸਵੇਰੇ 3 ਬਾਣੀਆਂ ਨੇ।
ਰਹਿਤ ਮਰਿਆਦਾ ਦੇ ਵਿੱਚ ਸਵੇਰੇ 3 ਬਾਣੀਆਂ ਨੇ, 5 ਨਹੀਂ ਹੈਗੀਆਂ, 5 ਟੋਟਲ ਨੇ ਸ਼ਾਮ ਵਾਲੀਆਂ ਨੂੰ ਵੀ ਮਿਲਾ ਕੇ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ। ਤੇ ਜੇ ਉਹਨਾਂ ਨੇ ਖੁਦ ਹੀ ਰਹਿਤ ਮਰਿਆਦਾ ਨਹੀਂ ਪੜ੍ਹੀ ਤੇ ਅਸੀਂ ਕੀ ਕਰ ਸਕਦੇ ਹਾਂ? ਹਾਂ, ਤੁਹਾਨੂੰ ਕੀ ਲੱਗਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਇਹ ਚੀਜ਼ ਦਾ ਪ੍ਰਚਾਰ ਹੋਣਾ ਚਾਹੀਦਾ ਵੀ ਚੌਪਾਈ ਸਾਹਿਬ ਜਾਂ 5 ਬਾਣੀਆਂ ਨਾ ਪੜ੍ਹੀਆਂ ਜਾਣ? ਮਸਲਾ ਜੀ 5 ਬਾਣੀਆਂ ਦਾ ਨਹੀਂ ਹੈਗਾ, ਮਸਲਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਹੋਰ ਦੂਸਰਾ ਗ੍ਰੰਥ ਖੜਾ ਕਰਨ ਦਾ ਹੈ। ਅਸੀਂ ਆਪਣਾ ਈਸਟ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਜੋ ਇੱਕ ਮੈਂ ਹੋਰ ਤੁਹਾਨੂੰ ਹਲਕਾ ਜਿਹਾ ਇੱਕ ਨੁਕਤਾ ਦੱਸਦਾ, ਸੌਖਾ ਸਮਝ ਦੇ ਵਿੱਚ ਆ ਜਾਊਗਾ। ਜਿਹੜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਸ ਤੋਂ ਇਲਾਵਾ ਕਿਸੇ ਬਾਹਰੀ ਰਚਨਾ ਨੂੰ ਗੁਰਬਾਣੀ ਦਾ ਦਰਜਾ ਦੇਣ ਦਾ ਕੀ ਕਿਸੇ ਬੰਦੇ ਨੂੰ ਅਧਿਕਾਰ ਹੈ? ਮੈਂ ਇਹਦੇ ਵਾਸਤੇ 2 ਪ੍ਰਮਾਣ ਦੇਣਾ ਚਾਹੁੰਦਾ। ਪਹਿਲਾ ਪ੍ਰਮਾਣ ਤਾਂ ਇਹ ਹੈ ਕਿ ਭਾਈ ਗੁਰਦਾਸ ਨੇ ਲਿਖਿਆ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਥਾਪਿਆ ਲਹਿਣਾ ਜੀਵ ਦੇ ਗੁਰਿਆਈ ਸਿਰ ਛਤਰ ਫਿਰਾਇਆ। ਭਾਈ ਲੈਣੇ ਨੂੰ ਜੇ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਿੱਤੀ, ਆਪਣੇ ਜਿਉਂਦੇ ਜੀ ਦਿੱਤੀ, ਉਹਦੇ ਪਿੱਛੇ ਬੜਾ ਰੀਜਨ ਸੀਗਾ। ਦਸੇ ਗੁਰੂ ਸਾਹਿਬਾਨਾਂ ਨੇ ਇਹ ਜਿਹੜੀ ਕਾਰਵਾਈ ਸੀਗੀ ਇਹਨੂੰ ਬੜੀ ਜ਼ਿੰਮੇਵਾਰੀ ਨਾਲ ਨਿਭਾਇਆ ਤਾਂ ਕਿ ਇਹਦੇ ਵਿੱਚ ਜਿਹੜੀ ਹੈ ਕੋਈ ਮਿਲਾਵਟ ਨਾ ਹੋ ਜਾਵੇ। ਭਾਈ ਲੈਣਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਜਿਉਂਦੇ ਜੀ ਗੁਰਗੱਦੀ ਦਿੱਤੀ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਆਪਣੇ ਜਿਉਂਦੇ ਜੀ ਗੁਰਗੱਦੀ ਦਿੱਤੀ। ਇਹ ਜਿਹੜੀ ਲਾਈਨ ਚੱਲਦੀ ਸੀ, ਅਖੀਰ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਉਂਦੇ ਜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ। ਇੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਨਾ ਤਾਂ ਅਗਲਾ ਗੁਰੂ ਚੁਣਨ ਵਾਸਤੇ ਗੁਰੂਆਂ ਨੇ ਕਿਸੇ ਦੀਆਂ ਵੋਟਾਂ ਪਵਾਈਆਂ, ਨਾ ਅਗਲਾ ਗੁਰੂ ਚੁਣਨ ਵਾਸਤੇ ਉਹਨਾਂ ਨੇ ਕਿਸੇ ਦੀ ਰਾਏ ਲਈ, ਨਾ ਸਿੱਖਾਂ ਨੇ ਰਾਏ ਦਿੱਤੀ ਕਿ ਇਹਨੂੰ ਹੁਣ ਗੁਰੂ ਬਣਾ ਦਿਓ। ਉਹ ਗੁਰੂ ਦਾ ਆਪਣਾ ਫੈਸਲਾ ਸੀ ਕਿ ਸਿੱਖਾਂ ਨੂੰ ਕਿਹਦੇ ਲੜ ਲਾਉਣਾ, ਅਗਲਾ ਗੁਰੂ ਕਿਹੜਾ ਹੋਊਗਾ। ਉਸੇ ਦੇ ਪੂਰਨੇ ਚੜਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਆਪਣੇ ਜਿਉਂਦੇ ਜੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਆ। ਤੁਸੀਂ ਮੈਨੂੰ ਦੱਸੋ, ਅਕਾਲ ਤਖਤ ਦਾ ਜਥੇਦਾਰ ਦੱਸ ਦੇਵੇ ਕਿ ਜਿਹੜਾ ਗ੍ਰੰਥ ਕਰੀਬ 200 ਸਾਲ ਬਾਅਦ ਹੋਂਦ ਚ ਆਉਂਦਾ, 1896 ਚ ਪਹਿਲੀ ਵਾਰ ਛਪਦਾ, 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ, ਉਹਨੂੰ ਚੱਕ ਕੇ ਗੁਰਬਾਣੀ ਦਾ ਦਰਜਾ ਦੇਣ ਦਾ ਹੱਕ ਕਿਹਨਾਂ ਕੋਲ ਹੈ? ਕੀ ਸਿੱਖ ਫੈਸਲਾ ਕਰਨਗੇ ਕਿ ਗੁਰੂ ਕਿਹੜਾ ਹੈ? ਇਹ ਫੈਸਲਾ ਗੁਰੂ ਨੇ ਕਰਨਾ ਹੈ ਕਿ ਸਿੱਖਾਂ ਨੂੰ ਕਿਹਦੇ ਲੜ ਲਾਉਣਾ। ਉਹ ਆਪਣਾ ਫਾਈਨਲ ਕਰ ਗਿਆ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ। ਇੱਕ ਗੱਲ ਹੋਰ ਰਮਣ ਹੈਗੀ ਵੀ ਤੁਹਾਨੂੰ ਨਹੀਂ ਲੱਗਦਾ ਵੀ ਜਦੋਂ ਇਹੋ ਜਿਹੇ ਵਿਵਾਦ ਉੱਠਦੇ ਜਾਣਗੇ ਤਾਂ ਕਿਤੇ ਨਾ ਕਿਤੇ ਜਿਹੜੀ ਸਿੱਖ ਕੌਮ ਹੈਗੀ ਆ ਉਹਨਾਂ ਦਾ ਵਿਸ਼ਵਾਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਦ੍ਰਿੜਤਾ ਹੈਗੀ ਆ ਭੰਗ ਹੋਊਗੀ? ਤੁਹਾਨੂੰ ਕੀ ਲੱਗਦਾ ਵੀ ਅਜਿਹੇ ਮੁੱਦੇ ਤੁਸੀਂ ਦੇਖੋ ਮੀਡੀਏਟਰ ਹੋ, ਮੈਂ ਤੁਹਾਨੂੰ ਸਵਾਲ ਕਰਦਾ ਹਾਂ, ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹਨ ਨਾਲ ਕੀ ਜਿਹੜੇ ਆ ਦ੍ਰਿੜਤਾ ਖਤਮ ਹੁੰਦੀ ਹੈ ਕਿ ਵਧਣੀ ਚਾਹੀਦੀ ਹੈ? ਤੁਸੀਂ ਜਵਾਬ ਦਿਓ। 2 ਜਾਣੇ ਇੱਥੇ ਰੱਖੋ ਮਾੜੇ ਪਲੀਜ਼, 2 ਜਾਣੇ ਜਿਹੜੇ ਮਾੜੇ ਇਸ ਗੱਲ ਦਾ ਗਿਆਨ ਰੱਖਦੇ ਨੇ, 2 ਜਾਣੇ ਜਿਹੜੇ ਬੋਲ ਸਕਦੇ ਨੇ। ਨਹੀਂ ਤੁਸੀਂ ਉਹਨਾਂ ਨੂੰ ਸਿਆਣੇ ਚੋ ਮਾੜੇ ਆ ਬੈਠੇ ਨੇ ਉਹਦੇ ਗਿਆਨੀ ਜੀ ਬੈਠੇ ਨੇ। ਉਹਨਾਂ ਦਾ ਲੋਕਾਂ ਦੀ ਰਾਇ ਤੇ ਲੋਕ ਰਾਇ ਕੀ ਨਹੀਂ, ਉਹ ਗਿਆਨੀ ਨੇ ਜੀ, ਉਹ ਵੀ ਤਾਂ ਮੈਂ ਦੱਸਿਆ ਗਿਆ ਸੀ। ਚਲ ਪ੍ਰਧਾਨ ਜੀ ਆ ਜਾਓ ਇੱਕ ਮਿੰਟ 2 ਮਿੰਟ ਬਸ 1.5 ਮਿੰਟ ਬੋਲਣਾ ਆਪਾਂ ਨੇ ਪ੍ਰਧਾਨ ਜੀ, ਬਸ 1 ਮਿੰਟ 1.5 ਮਿੰਟ। ਇਸ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਸਵਾਲ ਕਰੇ ਇਹ ਜਿਹੜਾ ਹੁਣ ਇਸ ਟਾਈਮ ਹੈ ਆਪਣੇ ਸ਼ਾਹਪੁਰ ਪਿੰਡ ਦਾ ਮੁੱਦਾ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਉਹਦਾ ਕੀ ਹੱਲ ਹੋਣਾ ਚਾਹੀਦਾ? ਬੀਇੰਗ ਸਿੱਖ ਤੁਸੀਂ ਕੀ ਸੋਚਦੇ ਹੋ ਇਸ ਚੀਜ਼ ਨੂੰ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਇੱਥੇ ਤਾਂ ਪਾਰਟੀਬਾਜ਼ੀ ਹੈ। ਇੱਥੇ ਜਦੋਂ ਦਾ ਇਹ ਮੁੰਡਾ ਪ੍ਰਧਾਨ ਬਣਾਇਆ ਸੀ ਨੇ ਪਿੰਡ ਵਾਲਿਆਂ ਨੇ ਰਲ ਕੇ, ਉਦੋਂ ਦਾ ਗੁਰੂ ਘਰ ਦੀ ਸਾਡੀ ਸ਼ਾਨ ਵਧੀ ਆ, ਸਾਰਾ ਕੁਝ ਲੱਗ ਰਿਹਾ। ਜਿੰਨਾ ਪੈਸਾ ਸੰਗਤ ਦਾ ਆਉਂਦਾ ਸਾਰਾ ਲੱਗਦਾ, ਉਹਨਾਂ ਦੇ ਵੇਲੇ ਕੁਝ ਨਹੀਂ ਲੱਗਿਆ ਇੱਥੇ। ਨਹੀਂ, ਪੈਸੇ ਦੀ ਗੱਲ ਵੱਖਰੀ ਗੱਲ ਆ, ਸਿੱਖਾਂ ਨੂੰ ਗੁਰੂ ਨਾਲ ਜੋੜਨ ਦੀ ਗੱਲ ਚੱਲ ਰਹੀ ਹੈ। ਉਹ ਜੋੜਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੋੜਦੇ ਨੇ। ਗੁਰੂ ਗ੍ਰੰਥ ਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਬਣਾਇਆ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਤੋਂ ਸੇਵਾ ਕਰਦੇ ਆ, ਅੱਜ ਤੱਕ ਸਾਡੇ ਵੱਡੇ ਵਡੇਰੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਵੀ ਗ੍ਰੰਥ ਸਾਹਿਬ ਚੱਲਦਾ ਉਹਦਾ ਇੱਥੇ ਮੁੱਦਾ ਉੱਠਿਆ। ਸਾਨੂੰ ਇਹ ਪਰ ਕੋਈ ਪਤਾ ਨਹੀਂ ਇਹ ਬਹੁਤ ਵਧੀਆ ਕਰ ਰਹੇ ਨੇ। ਪਹਿਲਾਂ ਮਿਲਟਰੀ 'ਚ ਵੀ ਇਹ ਉੱਥੇ ਰਹੇ ਨੇ ਗੁਰੂ ਘਰ 'ਚ, ਸਾਰੇ ਇੰਨੇ ਮਾੜੇ ਹੁੰਦੇ ਫਿਰ ਮਿਲਟਰੀ 'ਚ ਕੰਮ ਹੁੰਦੇ, ਕਰਕੇ ਕੰਮ ਚੱਲ ਰਿਹਾ। ਮਿਲਟਰੀ 'ਚ ਵੀ ਗੁਰੂ ਘਰ ਰਹੇ ਨੇ। ਹਾਂਜੀ ਭਾਈ, ਤੁਸੀਂ ਕੀ ਬੇਨਤੀ ਕਰਨੀ ਚਾਹੋਗੇ ਪਿੰਡ ਵਾਸੀਆਂ ਨੂੰ ਤੇ ਆਮ ਸਿੱਖ ਸੰਗਤ ਨੂੰ? ਦੇਖੋ ਜੀ, ਇਹ ਸਾਨੂੰ ਸੰਵਿਧਾਨ ਜਿਹੜਾ ਹੈ, ਸੰਵਿਧਾਨ ਹਰ ਇੱਕ ਇਨਸਾਨ ਨੂੰ ਧਰਮ ਮੰਨਣ ਦਾ ਹੱਕ ਦਿੰਦਾ ਹੈ। ਉਹ ਜੋ ਵੀ ਮਰਜ਼ੀ ਧਰਮ ਨੂੰ ਮੰਨੇ। ਇਹ ਸੰਵਿਧਾਨ ਦੀ ਇਸ ਚੀਜ਼ ਦੀ ਆਜ਼ਾਦੀ ਹੈ ਕਿ ਕਿਸੇ ਦੇ ਉੱਤੇ ਕੋਈ ਚੀਜ਼ ਥੋਪੀ ਨਹੀਂ ਜਾ ਸਕਦੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਰਹਿਬਰ ਮੰਨਦੇ ਹਾਂ, ਆਪਣਾ ਈਸਟ ਮੰਨਦੇ ਹਾਂ। ਸਾਡੀ ਬੇਨਤੀ ਹੈ ਇਹਨਾਂ ਨੂੰ ਕਿ ਸਾਡੇ ਉੱਤੇ ਜ਼ਬਰਦਸਤੀ ਵਿਚਿੱਤਰ ਨਾਟਕ ਨਾ ਥੋਪਿਆ ਜਾਵੇ।
ਤੁਸੀਂ ਕੀ ਮੰਨਦੇ ਹੋ ਕਿਹੜੀ ਐਸੀ ਏਜੰਸੀ ਆਵੇ ਜਿਹੜਾ ਫੈਸਲਾ ਕਰੇ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ, ਜਿਹਨੂੰ ਤੁਸੀਂ ਮੰਨਣ ਲਈ ਪ੍ਰਬੰਧ ਹੈ? ਇਹਦੇ ਤੇ ਤਾਂ ਵਿਦਵਾਨਾਂ ਨੇ ਜ਼ੋਰ ਲਾ ਲਿਆ, ਇਹਨਾਂ ਨੂੰ ਬੈਠਣ ਵਾਸਤੇ ਅਨੇਕਾਂ ਹੀ ਵਿਦਵਾਨਾਂ ਨੇ ਜ਼ੋਰ ਲਾ ਲਿਆ ਕਿ ਤੁਸੀਂ ਆਪਣਾ ਪੱਖ ਰੱਖੋ, ਇਹ ਜਿਹੜਾ ਕੌਮ ਦੇ ਵਿੱਚ ਵਿਵਾਦ ਆ ਇਹਨੂੰ ਹੱਲ ਕਰਿਆ ਜਾਵੇ। ਦੋਹੇ ਧਿਰਾਂ ਦੇ ਵਿਦਵਾਨ ਬੈਠਣ, ਲੇਕਿਨ ਇਹ ਬੈਠਣ ਨੂੰ ਤਿਆਰ ਨਹੀਂ ਹੈਗੇ। ਸਰਦਾਰ ਬੱਬਰ ਸ਼ੇਰ ਸਿੰਘ ਜੀ ਕਿਸ ਦੇ ਹੁਕਮ ਨੂੰ ਮੰਨਣਗੇ ਵੀ ਭਾਈ ਵੀ ਇਹ ਗੱਲ ਸਹੀ ਹੈ ਜਾਂ ਨਹੀਂ? ਇੱਕੋ ਇੱਕ ਚੀਜ਼ ਹੈ ਜੀ ਜਿਹੜਾ ਸਾਰਿਆਂ ਨੂੰ ਇੱਕ ਕਰ ਸਕਦਾ, ਉਹ ਗੁਰੂ ਗ੍ਰੰਥ ਸਾਹਿਬ। ਗੁਰੂ ਦੇ ਵਿੱਚ ਕਲੀਅਰ ਲਿਖਿਆ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਜਾਂ ਸ਼ਬਦ ਆਉਂਦਾ ਕਿ ਗੁਰ ਕਾ ਸ਼ਬਦ ਗੁਰਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਈ। ਬਾਹਰੋਂ ਸਾਨੂੰ ਕਿਤੋਂ ਗੁਰਬਾਣੀ ਨਹੀਂ ਲੱਭ ਸਕਦੀ। ਭਾਵੇਂ ਅਸੀਂ ਦੇਖੋ ਭਾਈ ਗੁਰਦਾਸ ਦੀਆਂ ਰਚਨਾਵਾਂ ਨੂੰ ਵੀ ਮੰਨਦੇ ਹਾਂ, ਅਸੀਂ ਭਾਈ ਗੁਰਦਾਸ ਦੀਆਂ ਰਚਨਾਵਾਂ ਨੂੰ ਮੰਨਦੇ ਹਾਂ, ਪਰ ਉਹਨਾਂ ਨੂੰ ਵੀ ਗੁਰਬਾਣੀ ਦਾ ਦਰਜਾ ਹਾਸਲ ਨਹੀਂ ਹੈਗਾ। ਅਸੀਂ ਪੜ੍ਹਦੇ ਹਾਂ, ਰੈਫਰੈਂਸ ਵੀ ਦਿੰਦੇ ਹਾਂ ਉਹਨਾਂ ਦੀ, ਪਰ ਉਹ ਗੁਰਬਾਣੀ ਦਾ ਦਰਜਾ ਨਹੀਂ ਲੈ ਸਕਦੀਆਂ। ਤੁਸੀਂ ਕੁਝ ਸਬੂਤ ਦੇਣੇ ਸੀਗੇ, ਜੇ ਤੁਹਾਡੇ ਕੋਲ ਲਿਖਤੇ ਦਿਖਾਓ ਮਾੜਾ ਜਿਹਾ ਕਰਕੇ, ਜਿਹੜੇ ਕਹਿੰਦੇ ਸੀ ਵੀ ਸ਼ਲੀਲਤਾ ਨਾਲ ਭਰਪੂਰ ਸਿੱਖੀਜ਼ਮ ਵਾਸਤੇ ਨਹੀਂ ਹੈਗੇ। ਹਾਂ ਉਹ ਚਲੋ ਹੁਣ ਮੈਂ ਮਾਫ ਨਹੀਂ, ਕੋਈ ਆਪਣੀ ਗੱਲ ਸੁਣਾਉਣਾ ਪਊਗਾ ਉਹ ਵੀ ਜਿਹੜੀਆਂ ਚੀਜ਼ਾਂ ਇਹ ਕਹਿੰਦੇ ਨੇ ਅਸੀਂ ਨਹੀਂ ਮੰਨਦੇ ਕਿ ਉਹ ਗੁਰੂ ਗੋਬਿੰਦ ਸਿੰਘ ਨੇ ਲਿਖੀਆਂ ਨੇ। ਇੰਨਾ ਗੰਦ ਗੁਰੂ ਗੋਬਿੰਦ ਸਿੰਘ ਲਿਖ ਸਕਦੇ ਨੇ। ਇਹਨਾਂ ਦੇ ਮੁਤਾਬਕ ਜੇ ਗੁਰਬਾਣੀ ਕਹਿੰਦੇ ਨੇ ਤਾਂ ਮੈਂ ਸੁਣਾਉਣਾ। ਹਾਂਜੀ ਬਿਲਕੁਲ ਸੁਣਾਈ ਜਾ ਸਕਦੀ। ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ। ਬਕਾਇਦਾ ਪੰਨਾ ਦੱਸਾਂਗੇ ਕਿੰਨੇ ਪੰਨੇ ਤੇ ਲਿਖਿਆ ਹੋਇਆ। ਗੁਰੂ ਗ੍ਰੰਥ ਸਾਹਿਬ ਹਾਂਜੀ ਚਲੋ ਆਪਾਂ ਬਾਹਰ ਕੱਢ ਕੇ ਕਰ ਲੈਂਦੇ ਇਸ ਮਾਮਲੇ 'ਚ, ਬਾਹਰ ਕਰ ਲੈਂਦੇ ਗੁਰੂ ਗ੍ਰੰਥ ਸਾਹਿਬ ਦੀ ਛੁੱਟ ਜਾਏ। ਬਾਹਰ ਆ ਜਾਓ।